ਜਦੋਂ ਆਪਾਂ ਨੂੰ ਇਹ ਹੱਕ ਦਿੰਦੇ ਨੇ ਕਿ ਜਾਓ ਐਂਡ ਲਿਵ ਯੋਰ ਲਾਈਫ, ਤਾਂ ਇਟ ਕਮਸ ਵਿਦ ਦ ਰਿਸਪੌਂਸਿਬਿਲਿਟੀ, ਅ ਟਰਸਟ, ਨੋਟ ਓਨਲੀ ਕਿ ਫਰੀडम। ਕਈ ਕੁੜੀਆਂ ਆਪਣੀ ਫਰੀडम ਦਾ ਮਿਸਯੂਜ਼ ਕਰਦੇ ਆ, ਠੀਕ ਹੈ। ਜਦੋਂ ਇੱਕ ਜਣਾ ਮਿਸਯੂਜ਼ ਕਰਦਾ ਤਾਂ ਉਂਗਲੀ ਸਾਰਿਆਂ ਤੇ ਉੜਦੀ ਹੈ। ਇਟਸ ਨਾਟ ਅਬਾਊਟ ਬੀਇੰਗ ਦ ਫਰੈਂਡ ਵਿਦ ਯੋਰ ਕਿਡਸ, ਇਟਸ ਅਬਾਊਟ ਕਿ ਤੁਸੀਂ ਆਪਣੀ ਸੋਚ ਕਿੱਦਾਂ ਰੱਖਣੀ ਹੈ। ਪੈਰੈਂਟਸ ਬਣੋ, ਇਟਸ ਓਕੇ, ਲੇਕਿਨ ਆਪਣੇ ਪੈਰੈਂਟਿੰਗ ਸਟਾਈਲ ਚੇਂਜ ਕਰੋ। ਕਈ ਵਾਰ ਕੰਮ ਕਰਦੇ ਕਰਦੇ ਵੀ ਉਹ ਆਪਣੇ ਆਪ ਨੂੰ ਭੁੱਲ ਜਾਂਦੀਆਂ ਨੇ, ਲਾਈਫ अपनी हाउस एंड अपना वर्क बैलेंस करते करते दे जस्ट कंप्लीटली फॉरगेट कि यार मैं अपने लिए भी मैं भी है, आई एग्जिस्ट आल्सो, आई नीड टू एंजॉय माय लाइफ एज वेल। लाइक जरूरी नहीं पैसा जरूरी है, पहचान भी जरूरी है ना, कि यू शुड हैव योर ओन आइडेंटिटी कि तुसी की करदे हो, बीइंग डॉटर टू योर फादर एंड देन वाइफ टू योर हस्बैंड, what else। मैं बहुत बारी सुनिया मावां नूं कहंदे होए कि आई डोंट नो कि मेरा बच्चा की करदा है ना, मैनूं नहीं पता वो स्टडी की करदा है। व्हाई यू डोंट नो? ਤੁਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇਫ ਯੂ ਸੇਇੰਗ ਕਿ ਮੇਰੇ ਕੋਲ ਟਾਈਮ ਨਹੀਂ ਹੈ, ਯੂ ਨੀਡ ਟੂ ਪਲਾਨ ਯੋਰ ਡੇ। ਯੈਸ, ਸਾਰੇ ਮੈਨੂੰ ਲੱਗਦਾ ਬਿਲ ਗੇਟਸ ਹੈ, ਜਿੰਨੇ ਬਿਲੀਅਨਰ ਨੇ, ਸਾਰਿਆਂ ਕੋਲ ਸੇਮ 24 ਆਵਰਸ ਨੇ ਐਂਡ ਦੇ ਆਰ ਮੈਨੇਜਿੰਗ ਸੋ ਮੈਨੀ ਥਿੰਗਸ। ਲੇਕਿਨ ਕਈ ਔਰਤਾਂ ਉਦਾਂ ਨੇ ਉਹ ਸਟ੍ਰੈਸ ਵਿੱਚ ਆ ਕੇ ਕੰਮ ਛੱਡ ਦਿੰਦੀਆਂ ਆਪਣਾ, ਸਿਰਫ ਕਿਉਂ? ਸੋਸਾਇਟੀ ਜਾਂ ਆਪਾਂ ਕਈ ਵਾਰ ਇਹ ਵੀ ਆਦੇ ਨੇ ਫੈਮਿਲੀ ਪ੍ਰੈਸ਼ਰ ਆ ਜਾਂਦਾ, ਛੱਡਦੇ ਨਹੀਂ ਹੁੰਦਾ, ਕਿਉਂਕਿ ਉਹ ਕਿਤੇ ਨਾ ਕਿਤੇ ਵਮਨ ਨਾ ਚਿੜਚਿੜਾ ਹੋਣਾ ਸ਼ੁਰੂ ਹੋ ਜਾਂਦੀ ਹੈ। ਜਦੋਂ ਜੇ ਆਪਾਂ ਗੱਲ ਕਰਦੇ ਹਾਂ ਇਕੁਐਲਿਟੀ ਦੀ, ਠੀਕ ਹੈ, ਕਿ ਆਪਾਂ ਨੂੰ ਇਕੁਅਲ ਰਾਈਟਸ ਚਾਹੀਦੇ ਨੇ, ਵੀ ਨੀਡ ਫਰੀडम, ਦੈਨ ਜਦੋਂ ਫਾਈਨੈਂਸ਼ੀਅਲ ਦੀ ਗੱਲ ਆਉਂਦੀ, ਰਿਸਪੌਂਸਿਬਿਲਿਟੀ ਦੀ ਗੱਲ ਆਉਂਦੀ ਆ, ਉਦੋਂ ਆਪਾਂ ਕਿਉਂ ਕਹਿੰਦੇ ਆ ਵੀ ਮੇਰੇ ਪੈਸੇ ਆ। ਅਗਰ ਆਪਣੇ ਹਸਬੈਂਡ ਦਾ ਬਿਹੇਵ ਕਰਨ ਆਪਣੇ ਨਾਲ, ਅਗਰ ਉਹ ਕਹਿਣ ਕਿ ਮੇਰਾ ਪੈਸਾ ਆ, ਤੁਸੀਂ ਬਰਦਾਸ਼ਤ ਕਰ ਲਓਗੇ ਇਸ ਚੀਜ਼ ਨੂੰ? ਆਬਵੀਅਸਲੀ ਤੁਸੀਂ ਕਹੋਗੇ ਜੀ ਲੈ ਮੈਂ ਕਿਹਦੇ ਆਸਰੇ ਆਈ ਹਾਂ, ਹਨਾ। women have the option to choose the career or not, like she can sit, मैं नहीं काम करना, I'm not in the mood, but men don't have the option। ਉਹਨਾਂ ਨੂੰ ਸਾਰੀ ਉਮਰ ਕਰਨਾ ਪੈਂਦਾ ਹੈ, ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਉਹਨਾਂ ਨੇ ਪੂਰੀ ਉਮਰ, ਉਹਨਾਂ ਨੂੰ ਸ਼ੁਰੂ ਤੋਂ ਹੀ ਇਦਾਂ ਹੀ ਗਰੋਨ ਅਪ, ਉਹ ਇਦਾਂ ਹੀ ਹੁੰਦੇ ਆ, ਉਹਨਾਂ ਨੂੰ ਪਤਾ ਤੁਸੀਂ ਕਮਾਣਾ ਹੈ, ਡਜ਼ਨਟ ਮੈਟਰ ਕਿੱਦਾਂ ਉਹ ਜਾ ਕੇ ਕਮਾ ਕੇ ਲੈ ਕੇ ਆਉਂਦਾ ਹੈ। ਜੀ, ਜਿਹੜੀ ਆਪਣੀ ਫੈਮਿਲੀ ਨੂੰ ਸੰਭਾਲ ਗਈ, ਜਿਹੜੇ ਆਪਣੇ ਇਨ-ਲॉज ਸੈਟਲ ਹੋ ਗਈ, ਆਪਣੇ ਬੱਚਿਆਂ ਨੂੰ ਸੰਭਾਲ ਲਿਆ, ਹਸਬੈਂਡ ਨੂੰ ਸੰਭਾਲ ਲਿਆ, ਆਪਣੀ ਵਰਕਿੰਗ ਨੂੰ, ਆਪਣੇ ਤੇ ਘਰ ਦੇ ਕੰਮਾਂ ਨੂੰ ਜਿਹਨੇ ਮੈਨੇਜ ਕਰ ਲਿਆ, ਆਈ ਥਿੰਕ ਦਿਸ ਇਜ਼ ਦ ਟਰੂ ਵਮਨ ਐਮਪਾਵਰਮੈਂਟ। ਗੱਲ ਤਾਂ ਇਹਦੀ ਹੋਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਪੋਡਕਾਸਟ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਵਮਨ ਐਮਪਾਵਰਮੈਂਟ ਤੇ। ਆਓ ਉਹ ਸਵਾਲ ਪੁੱਛੀਏ ਜੋ ਅਕਸਰ ਦਬ ਜਾਂਦੇ ਨੇ, ਉਹ ਜਵਾਬ ਲੱਭੀਏ ਜੋ ਅਸਲ ਬਦਲਾਅ ਲਿਆਉਂਦੇ ਨੇ। ਮੈਂ ਹਾਂ ਤੁਹਾਡੀ ਹੋਸਟ ਸੁਖਪ੍ਰੀਤ ਕੌਰ ਤੇ ਅੱਜ ਸਵਾਗਤ ਕਰਦੇ ਹਾਂ ਸਾਡੇ ਗੈਸਟ ਹਰਸਮੀਤ ਕਲਸੀ ਜੀ ਦਾ, ਜੋ ਕਿ ਅੱਜ ਗੱਲ ਕਰਨਗੇ ਸਾਡੇ ਨਾਲ ਟੌਪਿਕ ਦ ਵਮਨ ਐਮਪਾਵਰਮੈਂਟ ਤੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹੋਪ ਯੂ ਆਰ ਫਾਈਨ। ਆਈ ਐਮ ਵੈਰੀ ਵੈਲ। ਬਹੁਤ ਚੰਗਾ ਲੱਗਿਆ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ। ਤੇ ਅੱਜ ਆਪਾਂ ਗੱਲ ਕਰਾਂਗੇ, ਜਿਵੇਂ ਆਪਣੀ ਲਾਸਟ ਟਾਈਮ ਗੱਲ ਹੋਈ, ਆਪਾਂ ਦੇਖ ਰਹੇ ਹਾਂ ਵੀ ਆਪਾਂ ਵਰਕਿੰਗ ਆ ਜੀ, ਆਪਾਂ ਸਮਾਜ ਵਿੱਚ ਦੇਖ ਰਹੇ ਹਾਂ ਵੀ ਵੂਮਨ ਇੰਪਾਵਰਮੈਂਟ ਤੇ ਬਹੁਤ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਜੀ। ਐਗਜ਼ੈਕਟਲੀ, ਹਨਾ। ਆਪਾਂ ਦੇਖਿਆ ਜਦੋਂ ਆਪਾਂ ਕਈ ਗੱਲਾਂ ਆਪਾਂ ਡਿਸਕਸ ਵੀ ਕਰਦੇ ਹੁੰਦੇ ਆ ਬੀਇੰਗ ਫਰੈਂਡਸ, ਹਨਾ, ਵੀ ਅੱਜ ਕੱਲ ਸਮਾਜ ਵਿੱਚ ਕੀ ਚੱਲ ਰਿਹਾ ਹੈ, ਕਿੱਥੇ ਲੇਡੀਜ਼ ਸਹੀ ਨੇ, ਕਿੱਥੇ ਕਈ ਵਾਰ ਉਹ ਬੈਕ ਸਟੈਪ ਕਰ ਜਾਂਦੇ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਲੈ ਕੇ, ਆਪਣੀ ਅਰਨਿੰਗਸ ਨੂੰ ਲੈ ਕੇ, ਆਪਣੀ ਫੈਮਿਲੀ ਇਸ਼ੂਜ਼ ਨੂੰ ਲੈ ਕੇ, ਬਹੁਤ ਕੁਝ। ਅਗਰ ਆਪਾਂ ਗੱਲ ਕਰਨ ਲੱਗ ਜਾਈਏ ਨਾ ਤਾਂ ਟੌਪਿਕ ਬਹੁਤ ਜ਼ਿਆਦਾ ਵਾਸਟ ਹੈ। ਹਾਂ, ਇਟਸ ਐਂਡਲੈਸ ਟੌਪਿਕ, ਹਨਾ, ਬਹੁਤ ਜ਼ਿਆਦਾ ਵਾਸਟ ਹੈ। ਲੇਕਿਨ ਆਪਾਂ ਟੌਪਿਕ ਲੈ ਕੇ ਚੱਲਦੇ ਹਾਂ ਟਰੂ ਵੂਮਨ ਇੰਪਾਵਰਮੈਂਟ। ਜੀ, ਅੱਜ ਆਪਣਾ ਟੌਪਿਕ ਇਹ ਰਹੇਗਾ, ਆਪਾਂ ਇਹਦੇ ਆਸ-ਪਾਸ ਗੱਲ ਕਰਾਂਗੇ। ਜੀ, ਤਾਂ ਤੁਹਾਡੀ ਕੀ ਡੈਫੀਨੇਸ਼ਨ ਹੋਈ ਅਗਰ ਆਪਾਂ ਗੱਲ ਕਰੀਏ ਸੋਸ਼ਲ ਟ੍ਰੈਂਡਸ ਨੂੰ ਛੱਡ ਕੇ, ਤੁਸੀਂ ਇਸ ਚੀਜ਼ ਨੂੰ ਕੀ ਦੇਖਦੇ ਹੋ? So for me, woman empowerment is like freedom, not only the freedom, it's about the trust। ਜਦੋਂ ਆਪਾਂ ਗੱਲ ਕਰਦੇ ਹਾਂ empowerment ਦੀ, the people who give us the right to go for the career, for the studies, ਆਪਣੇ parents ਜਾਂ in-laws, ਜਦੋਂ ਆਪਾਂ ਨੂੰ ਇਹ ਹੱਕ ਦਿੰਦੇ ਨੇ ਕਿ ਜਾਓ and live your life, so it comes with the responsibility, a trust, not only ਕਿ freedom। ਮਤਲਬ ਲੋਕ ਇਸ ਚੀਜ਼ ਨੂੰ freedom ਲੈਂਦੇ ਕਿ ਚਲੋ ਸਾਨੂੰ ਖੁੱਲ੍ਹ ਮਿਲ ਗਈ, ਅਸੀਂ we can do anything, but no, ਇਹਦੇ ਪਿੱਛੇ ਤੁਹਾਨੂੰ ਤੁਹਾਡੇ ਪੈਰੈਂਟਸ ਦਾ ਜਾਂ ਇਨ-ਲॉज ਨੂੰ ਘਰੋਂ ਬਾਹਰ ਭੇਜਣ ਪਿੱਛੇ ਜਾਂ whatever you, where are you going, ਮਤਲਬ ਇਹੀ ਉਹਨਾਂ ਦਾ ਹੈ ਕਿ ਉਹਨਾਂ ਦਾ ਟਰਸਟ ਹੈ, ਦੇ ਨੋ ਕਿ ਤੁਸੀਂ ਜਾਓਗੇ ਐਂਡ ਯੂ ਆਰ ਨਾਟ ਡੂਇੰਗ ਐਨੀਥਿੰਗ ਰੋਂਗ, ਹੈ ਨਾ। ਦਿਸ ਇਜ਼ ਦ ਥਿੰਗ। ਮੈਮ, ਮੈਂ ਇੱਕ ਚੀਜ਼ ਕੁਐਸਚਨ ਪੁੱਛਣਾ ਚਾਹੂੰਗੀ ਤੁਹਾਨੂੰ, ਤੁਹਾਡੇ ਲਈ ਟਰਸਟ ਵੀ ਕੀ ਹੈ? ਜਿਵੇਂ ਤੁਸੀਂ ਕਿਹਾ ਵੀ ਟਰਸਟ, ਹਨਾ, ਸਾਡੇ ਇਨ-ਲॉज ਵੀ ਸਾਡੇ ਟਰਸਟ ਕਰਦੇ, ਸਾਡੇ ਪੈਰੈਂਟਸ ਵੀ ਟਰਸਟ ਕਰਦੇ ਆ, ਬਟ ਕਈ ਕੁੜੀਆਂ ਨੂੰ ਉਹ ਟਰਸਟ ਵੀ ਨਹੀਂ ਮਿਲਦਾ। ਹਾਂ, ਬਿਕੋਜ਼ ਉਹੀ ਗੱਲ ਆ ਗਈ ਕਿ ਕਈ ਕੁੜੀਆਂ ਆਪਣੀ ਫਰੀडम ਦਾ ਮਿਸਯੂਜ਼ ਕਰਦੇ ਆ, ਠੀਕ ਹੈ। ਜਦੋਂ ਇੱਕ ਜਣਾ ਮਿਸਯੂਜ਼ ਕਰਦਾ ਤਾਂ ਉਂਗਲੀ ਸਾਰਿਆਂ ਤੇ ਉੜਦੀ ਹੈ, ਬॉयਜ਼ ਕੁਝ ਵੀ ਕਰਨ, ਦੈਟ ਡਜ਼ਨਟ ਮੈਟਰ। ਦੂਸਰੇ ਬॉयਜ਼ ਨੂੰ ਇਹ ਨਹੀਂ ਕਿਹਾ ਜਾਏਗਾ ਉਹਨਾਂ ਨੇ ਕੀਤਾ ਤੇ ਤੁਸੀਂ ਘਰੇ ਬੈਠੋ, ਬਟ ਜਦੋਂ ਇੱਕ ਲੜਕੀ ਮਿਸਯੂਜ਼ ਕਰਦੀ ਨਾ ਆਪਣੇ ਰਾਈਟਸ ਦਾ, ਤਾਂ ਬਾਕੀਆਂ ਸਾਰਿਆਂ ਤੇ ਪੁਆਇੰਟ ਆਊਟ ਹੁੰਦਾ। ਬਾਕੀ ਜਿਨ੍ਹਾਂ ਨੇ ਦਿੱਤੀ ਵੀ ਹੁੰਦੀ ਨਾ ਫਰੀडम ਆਪਣੇ ਬੱਚਿਆਂ ਨੂੰ ਜਾਂ ਆਪਣੀ ਡਾਟਰ ਇਨ-ਲॉज ਨੂੰ,
ਉਹ ਵੀ ਸੋਚਦੇ ਕਿ ਅਸੀਂ ਇਜ਼ ਇਟ ਰਾਈਟ ਟੂ ਡੂ ਸੋ অর ਨਾਟ। ਮਤਲਬ ਫਿਰ ਤੁਹਾਨੂੰ ਕੀ ਲੱਗਦਾ ਹੈ ਵੀ ਜਿਵੇਂ ਸਪੋਜ਼ ਕਰੋ ਜਿਵੇਂ ਇਹ ਗੱਲ ਤੁਸੀਂ ਕਹੀ, ਮੈਂ ਪੁੱਛਣਾ ਵੀ ਚਾਹੂੰਗੀ ਤੁਹਾਨੂੰ ਕਿ ਤੁਹਾਨੂੰ ਫ੍ਰੀडम ਮਿਲੀ ਆ ਪ੍ਰੋਪਰ ਆਪਣੇ ਟਾਈਮ 'ਚ? ਲਾਈਕ ਆਈ ਹੈਵ ਅ ਮਾਡਰਨ ਪੇਰੈਂਟਸ। ਸ਼ੁਰੂ ਤੋਂ ਉਹਨਾਂ ਨੇ ਮੈਨੂੰ ਪ੍ਰੋਪਰ ਫ੍ਰੀडम ਦਿੱਤੀ, ਲਾਈਕ ਜਿਵੇਂ ਮੇਰੇ ਬ੍ਰਦਰਸ ਨੂੰ ਸੀਗੀ ਮੈਨੂੰ ਵੀ ਉਵੇਂ ਸੀ। ਆਈ ਯੂਜ਼ਡ ਟੂ ਗੋ ਟੂ ਕਾਲਜ, ਮੈਂ ਮੂਵੀਜ਼ ਦੇਖਣ ਜਾਂਦੀ ਸੀ ਆਪਣੇ ਫਰੈਂਡਸ ਨਾਲ, ਔਰ ਮੈਨੂੰ ਠੀਕ ਹੈ, ਇਟ ਇਜ਼ ਗੁੱਡ ਕਿ ਮੈਂ ਉਹਨਾਂ ਨੂੰ ਫੋਨ ਕਰਦੀ ਸੀ, ਮਮਾ ਮੈਂ ਜਾ ਰਹੀ ਹਾਂ, ਐਂਡ ਦੇ ਆਰ ਨਾਟ ਆਸਕਿੰਗ ਮੀ। ਉਹਨਾਂ ਨੂੰ ਪਤਾ ਹੈ ਕਿ, ਐਂਡ ਮੈਨੂੰ ਵੀ ਪਤਾ ਹੈ ਕਿ ਜੇ ਮੈਂ ਜਾ ਰਹੀ ਹਾਂ ਤੇ ਮੈਨੂੰ ਪਤਾ ਮੇਰੀ ਲਿਮਿਟਸ ਕੀ ਨੇ, ਕਿ ਮੈਂ, ਮੇਰੇ ਪੇਰੈਂਟਸ ਮੈਨੂੰ ਭੇਜ ਰਹੇ ਆ, ਮੈਨੂੰ ਪਤਾ ਹੋਣਾ ਚਾਹੀਦਾ ਦਿਸ ਇਜ਼ ਮਾਈ ਲਿਮਿਟੇਸ਼ਨਸ, ਇਸ ਤੋਂ ਬਿਯੋਂਡ ਮੈਂ ਨਹੀਂ ਜਾਣਾ, ਕਿਉਂਕਿ ਆਬਵੀਅਸਲੀ ਦੇ ਆਰ ਟਰਸਟਿੰਗ ਮੀ, ਦੇ ਡੋਨਟ ਨੋ ਮੈਂ ਕਿੱਥੇ ਆ, ਬਟ ਮੈਨੂੰ ਪਤਾ ਕਿ ਮੈਂ ਕਿੱਥੇ ਜਾ ਰਹੀ ਹਾਂ, ਠੀਕ ਹੈ ਨਾ। ਇਫ ਯੂ ਟਰੂਲੀ ਲਵ ਯੋਰ ਪੇਰੈਂਟਸ ਦੈਨ ਤੁਸੀਂ ਉਹ ਲਾਈਨ ਕ੍ਰਾਸ ਵੀ ਨਹੀਂ ਕਰਦੇ, ਠੀਕ ਹੈ ਨਾ। ਹਮੇਸ਼ਾ ਮੈਨੂੰ ਫ੍ਰੀडम ਦਿੱਤੀ ਉਹਨਾਂ ਨੇ ਕਿ ਠੀਕ ਹੈ, ਯੂ ਕੈਨ ਗੋ, ਯੂ ਕੈਨ ਹੈਵ ਫਨ, ਯੂ ਕੈਨ ਸਟੱਡੀ। ਤੋ ਉਹ ਚੀਜ਼ ਹਮੇਸ਼ਾ ਰਹੀ ਹੈ ਮੇਰੇ ਨਾਲ, ਹੈ ਨਾ। ਜਿਵੇਂ ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦੀ, ਜੇ ਤੁਸੀਂ ਕਿਹਾ ਤੁਹਾਨੂੰ ਫ੍ਰੀडम ਮਿਲੀ ਆ, ਪਰ ਕਈ ਕੁੜੀਆਂ ਨੂੰ ਘਰੋਂ ਫ੍ਰੀडम ਮਿਲਦੀ ਨਹੀਂ। ਜਿਵੇਂ ਭਾਵੇਂ ਉਹ, ਮੈਂ ਇਹ ਨਹੀਂ ਕਹੂੰਗੀ ਉਹ ਟਰਸਟ ਤੋੜਿਆ ਜਾਂ ਨਹੀਂ ਤੋੜਿਆ, ਜਿਵੇਂ ਤੁਸੀਂ ਗੱਲ ਸਟਾਰਟਿੰਗ 'ਚ ਕਹੀ ਨਾ ਵੀ ਇੱਕ ਦੀ ਗਲਤੀ ਕਰਕੇ ਸਾਰੇ ਪੈਰੈਂਟਸ ਬੈਕ ਸਟੈਪ ਕਰ ਜਾਂਦੇ ਜੀ ਐਗਜ਼ੈਕਟਲੀ। ਫਿਰ ਨਾ ਕਈ ਕੁੜੀਆਂ ਨੂੰ ਅਪੋਰਚੁਨਿਟੀ ਹੀ ਨਹੀਂ ਮਿਲਦੀ ਆਪਣੇ ਆਪ ਨੂੰ ਪ੍ਰੂਫ ਕਰਨ ਦੀ। ਉਹ ਆਈ ਥਿੰਕ ਆਪਾਂ ਗੱਲ ਕਰਦੇ ਆ ਮੋਸਟਲੀ, ਆਪਾਂ ਅੱਜਕੱਲ ਸੁਣਦੇ ਆ ਵਰਡ ਕਿ ਬੀਇੰਗ ਅ ਫਰੈਂਡ ਵਿਦ ਯੋਰ ਕਿਡਸ। ਯੈਸ, ਇਟਸ ਨਾਟ ਅਬਾਊਟ ਬੀਇੰਗ ਦ ਫਰੈਂਡ ਵਿਦ ਯੋਰ ਕਿਡਸ, ਇਟਸ ਅਬਾਊਟ ਕਿ ਤੁਸੀਂ ਆਪਣੀ ਸੋਚ ਕਿੱਦਾਂ ਰੱਖਣੀ ਹੈ। ਪੈਰੈਂਟਸ ਬਣੋ, ਇਟਸ ਓਕੇ, ਲੇਕਿਨ ਆਪਣੇ ਪੈਰੈਂਟਿੰਗ ਸਟਾਈਲ ਚੇਂਜ ਕਰੋ। ਆਪਾਂ ਮਾਡਰਨ ਬਣ ਗਏ, ਵੀ ਆਰ ਵੇਅਰਿੰਗ ਮਾਡਰਨ ਆਊਟਫਿਟਸ, ਬਟ ਥਿੰਕਿੰਗ ਇਜ਼ देयर। ਸਨ 47 ਵਾਲੀ ਆਪਾਂ ਸੋਚ ਰੱਖੀ ਆ, ਆਪਾਂ ਕਹਿੰਦੇ ਜੇ ਅਸੀਂ ਮਾਡਰਨ ਪੇਰੈਂਟਸ ਆ, ਹਾਊ ਯੂ ਆਰ ਮਾਡਰਨ ਪੇਰੈਂਟਸ? ਤੁਸੀਂ ਆਪਣੀ ਸੋਚ ਚੇਂਜ ਕੀਤੀ, ਯੂ ਡੋਨਟ ਨੀਡ ਟੂ ਬੀ ਫਰੈਂਡ ਵਿਦ ਯੋਰ ਕਿਡ। ਆਬਵੀਅਸਲੀ ਤੁਹਾਨੂੰ ਕਦੇ ਡਾਂਟਣਾ ਵੀ ਪਏਗਾ ਉਹਨਾਂ ਨੂੰ, ਠੀਕ ਹੈ ਨਾ, ਗਾਈਡ ਵੀ ਕਰਨਾ ਪਏਗਾ, ਬਟ ਦ ਕਿਡ ਸ਼ੁੱਡ ਨੋ ਕਿ ਅਗਰ ਮੈਨੂੰ ਆ ਕੇ ਡਾਂਟ ਪਏਗੀ ਪਰ ਮਮਾ ਪਾਪਾ ਮੈਨੂੰ ਗਾਈਡ ਵੀ ਕਰਨਗੇ, ਐਂਡ ਨੋ ਵਨ ਕੈਨ ਐਲਸ ਕੈਨ ਗਾਈਡ ਬੈਟਰ ਟੂ देयर ਚਿਲਡਰਨ। ਯੈਸ ਮੈਮ, ਤੁਸੀਂ ਜਿਹੜੀ ਗੱਲ ਕੀਤੀ, ਮੈਂ ਤੇ ਗੱਲ ਕਹੂੰਗੀ ਪੈਰੈਂਟ ਤੇ ਟੀਚਰ, ਪੈਰੈਂਟ ਤੇ ਚਿਲਡਰਨ ਦੇ ਬੌਂਡ ਦੀ। ਜੀ, ਜੇ ਟਰਸਟ ਹੈ, ਸਭ ਤੋਂ ਵੱਡਾ ਕੀ ਪੁਆਇੰਟ ਹੋਏਗਾ ਸ਼ਾਇਦ ਉਹਨਾਂ ਦੇ ਬੌਂਡ ਦੇ ਵਿੱਚ। ਯਾ, ਉਹ ਦੋਨੋਂ ਪਾਸੇ ਹੀ ਹੋਣਾ ਚਾਹੀਦਾ ਮੈਨੂੰ ਲੱਗਦਾ। ਜਿਵੇਂ ਤੁਸੀਂ ਆਪਾਂ ਕਿਹਾ ਬੱਚੇ ਜਿਹੜੇ ਆ ਪੈਰੈਂਟਸ ਹਨਾ ਉਹਨਾਂ ਦਾ ਟਰਸਟ ਨਾ ਤੋੜਨ, ਤਾਂ ਪੈਰੈਂਟਸ ਉਹਨਾਂ ਨੂੰ ਗਾਈਡ ਕਰਨ ਚ ਇਹੋ ਜਿਹਾ ਕੋਈ ਸਟ੍ਰਿਕਟ ਐਕਸ਼ਨ ਲੈਣ ਵੀ ਕੱਲ ਨੂੰ ਕੋਈ ਗੱਲ ਹੀ ਨਾ ਦੱਸਣ ਉਹਨਾਂ ਨੂੰ। ਇਹ ਵੀ ਦੈਟ ਇਜ਼ ਦ ਪੁਆਇੰਟ। ਉਹੀ ਮੈਂ ਕਹਿੰਨੀ ਕਿ ਬੱਚੇ ਨੂੰ ਘਰ ਚੋਂ ਕੰਫਰਟ ਮਿਲਣਾ ਚਾਹੀਦਾ, ਕਿ ਉਹਨੂੰ ਪਤਾ ਹੈ ਕਿ ਉਹਨੂੰ ਆ ਕੇ ਉਹ ਦੱਸੇਗਾ ਨਾ, ਉਹਨੂੰ ਡਾਂਟ ਪਏਗੀ, ਇਟਸ ਓਕੇ, ਲੇਕਿਨ ਉਹਨੂੰ ਗਾਈਡੈਂਸ ਵੀ ਮਿਲੇਗੀ ਨਾਲ ਨਾਲ। ਪੈਰੈਂਟਸ ਪਹਿਲਾਂ ਪੈਰੈਂਟਸ ਦੀ ਮਤਲਬ ਡਿਊਟੀ ਬਣਦੀ ਕਿ ਬਿਲਡ ਕਰਨਾ ਟਰਸਟ, ਬਾਅਦ ਚੋਂ ਠੀਕ ਹੈ ਹੋ ਸਕਦਾ ਕਿ ਬੱਚੇ ਤੁਹਾਡਾ ਟਰਸਟ ਬ੍ਰੇਕ ਕਰਨ ਜਾਂ ਲਿਮਿਟੇਸ਼ਨਸ ਕ੍ਰਾਸ ਕਰਨ, ਬਟ ਐਟ ਦ ਸੇਮ ਟਾਈਮ ਬੁਰਾ ਤਾਂ ਉਹਨਾਂ ਨਾਲ ਵੀ ਹੋਊਗਾ ਨਾ। ਉਹਨਾਂ ਨੂੰ ਵੀ ਪਤਾ ਕਿ ਅਸੀਂ ਗਲਤ ਕਰਾਂਗੇ ਤਾਂ ਪਹਿਲਾ ਨੁਕਸਾਨ ਸਾਡਾ ਆ। ਬੇਸ਼ੱਕ ਪੈਰੈਂਟਸ ਵੀ ਸਫਰ ਕਰਦੇ ਉਸ ਚੀਜ਼ 'ਚ, ਲੇਕਿਨ ਯੂ ਨੀਡ ਟੂ ਟੈਲ them ਕਿ ਬੇਟਾ ਅੱਗੇ ਜਾਏਗਾ ਖੂਹ ਆ, ਗਿਰੇਗਾ ਤੂੰ, ਠੀਕ ਹੈ ਨਾ, ਐਂਡ ਹੀ ਨੋ ਕਿ ਯਾਰ ਮੈਂ ਇੱਥੇ ਰੁਕਣਾ ਆ, ਹੈ ਨਾ। ਯੂ ਜਸਟ ਗਿਵ them space to go to explore the things। ਇਹ ਗੱਲ ਹੋ ਗਈ ਆਪਣੇ ਬੱਚਿਆਂ ਦੀ, ਕਿਉਂਕਿ ਜੇ ਆਪਾਂ ਕਹਿ ਸਕਦੇ ਆ ਵੀ ਵੂਮਨ ਇੰਪਾਵਰਮੈਂਟ ਦਾ ਕਿਤੇ ਸਟਾਰਟਿੰਗ ਪੁਆਇੰਟ ਹੁੰਦਾ ਜਿਹੜਾ ਕਿ ਆਪਾਂ ਨੂੰ ਬਚਪਨ 'ਚ ਮਿਲਦਾ। ਜੀ, ਹੁਣ ਆਪਾਂ ਥੋੜਾ ਅਗਲਾ ਪਾਥ ਲੈਣੇ ਆ ਦਾ ਵੂਮਨ ਇੰਪਾਵਰਮੈਂਟ ਦਾ। ਕਈ ਲੇਡੀਜ਼ ਵਰਕਿੰਗ ਹੁੰਦੀਆਂ, ਤਾਂ ਕੀ ਉਹਨਾਂ ਲਈ ਉਹ ਟਰੂ ਵੂਮਨ ਇੰਪਾਵਰਮੈਂਟ ਹੈ ਜੇ ਉਹ ਵਰਕਿੰਗ ਨੇ? it's not only about ਕਿ working is a true empowerment, because ਕਈ ਵਾਰ ਕੰਮ ਕਰਦੇ ਕਰਦੇ ਵੀ ਉਹ ਆਪਣੇ ਆਪ ਨੂੰ ਭੁੱਲ ਜਾਂਦੀਆਂ ਨੇ, ਲਾਈਫ ਆਪਣੀ ਹਾਊਸ ਐਂਡ ਆਪਣਾ ਵਰਕ ਬੈਲੈਂਸ ਕਰਦੇ ਕਰਦੇ they just completely forget ਕਿ ਯਾਰ ਮੈਂ ਆਪਣੇ ਲਈ ਵੀ ਮੈਂ ਵੀ ਹਾਂ, I exist also, I need to enjoy my life as well। women empowerment is not only ਕਿ we get the freedom, we can do anything। ਕੰਮ ਕਰਦੇ ਕਰਦੇ ਵੀ ਕੋਈ ਬਹੁਤ ਸਾਰੀ restrictions ਹੁੰਦੀਆਂ ਨੇ, ਬਹੁਤ ਚੀਜ਼ਾਂ ਹੁੰਦੀਆਂ ਜੋ ਬੰਦਾ ਉਹ ਚੀਜ਼ ਕਰ ਹੀ ਨਹੀਂ ਪਾਉਂਦਾ, ਖੁੱਲ ਹੀ ਨਹੀਂ ਪਾਉਂਦਾ, ਠੀਕ ਹੈ ਨਾ। ਇਟ ਜਸਟ ਸਿਰਫ ਰਿਸਪੌਂਸਿਬਿਲਿਟੀ ਰਹਿ ਜਾਂਦੀ ਹੈ ਕਿ ਹਾਂ ਕੰਮ ਤੇ ਜਾ ਰਹੀਆਂ, ਆ ਰਹੀਆਂ, ਕਰ ਰਹੀਆਂ, ਬਸ ਬੰਦਾ ਉਸ ਚੀਜ਼ 'ਚ ਪਿਸ ਜਾਂਦਾ। ਬਟ ਯੂ ਨੀਡ ਟੂ ਇੰਜੋਏ ਐਜ਼ ਵੈਲ ਯੋਰ ਲਾਈਫ, ਯੂ ਬੇਸਿਕਲੀ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਜਾਣਨਾ, ਪਹਿਚਾਨਣਾ ਐਂਡ ਡੂ ਵਟ ਯੂ ਲਵ ਆਲਸੋ, ਹੈ ਨਾ, ਨਾਟ ਓਨਲੀ ਦ ਵਰਕ ਐਂਡ ਦ ਚੋਰਸ ਆਲਸੋ। ਜਿਹੜੀ ਆਪਾਂ ਗੱਲ ਕੀਤੀ ਜਿਵੇਂ ਵਰਕਿੰਗ ਵੂਮਨ ਦੀ, ਤੇ ਤੁਹਾਡੇ ਅਕੋਰਡਿੰਗ ਜਿਹੜੀਆਂ ਫਿਰ ਲੇਡੀਜ਼ ਘਰ ਬੈਠੀਆਂ ਨੇ, ਹਨਾ, ਆਬਵੀਅਸਲੀ ਆਪਾਂ ਘਰ ਬੈਠੇ ਲੇਡੀਜ਼ ਨੂੰ ਫ੍ਰੀ ਤਾਂ ਨਹੀਂ ਕਹਿ ਸਕਦੇ, ਤੁਹਾਨੂੰ ਪਤਾ ਹੋਮ ਮੇਕਰ ਇਜ਼ ਅ ਬਿਗ ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ ਕਹਿ ਸਕਦੇ। ਮੈਨੂੰ ਇਦਾਂ ਲੱਗਦਾ ਵੀ ਹੋਮ ਮੇਕਰ ਆਪਾਂ ਵਰਕਿੰਗ ਹੋਣ ਕਰਕੇ ਕਈ ਕੰਮ ਛੱਡ ਦਿੰਨੇ ਆ, ਆਪਾਂ ਨੂੰ ਪਤਾ ਹੈ ਆਪਾਂ ਕਈ ਵਾਰ ਰਿਸਪੌਂਸਿਬਿਲਿਟੀਜ਼ ਮੇਡਸ ਤੇ ਦੇਤੀਆਂ ਕੁਝ, ਲੇਕਿਨ ਜਿਹੜੇ ਹੋਮ ਮੇਕਰ ਪ੍ਰੋਪਰ ਨੇ ਆਪਾਂ ਕਹਿ ਸਕਦੇ ਆ ਵੀ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਹੋ ਜਾਂਦੀ ਹੈ। ਔਰ ਤੁਹਾਨੂੰ ਪਤਾ ਹੈ ਇੱਕ ਚੀਜ਼ ਮੈਂ ਐਡ ਆਨ ਕਰਨਾ ਚਾਹੂੰਗੀ ਵੀ ਸਾਰੇ ਉਹਨਾਂ ਨੂੰ ਇਹ ਵੀ ਗੱਲ ਕਹਿੰਦੇ ਤੂੰ ਘਰੇ ਤਾਂ ਹੁੰਨੀ ਆ, ਹਨਾ, ਇਹ ਚੀਜ਼ ਮੈਨੂੰ ਵੀ ਕਹਿੰਦੇ ਆ ਆਮ ਵਰਕਿੰਗ ਲਾਈਕ ਦੇ ਡੋਨਟ ਨੋ ਕਿ ਮੈਂ ਲੈਪਟਾਪ ਤੇ ਕੰਮ ਕਰ ਰਹੀ ਹਾਂ ਯਾਰ, ਆਈ ਨੀਡ ਟੂ ਆਨਸਰ ਮਾਈ TL, ਆਈ ਨੀਡ ਟੂ ਕੰਪਲੀਟ ਦ ਟਾਸਕ। ਮੈਂ ਹਾਂ ਇਹ ਲੋਕ ਕਹਿੰਦੇ ਆ ਕਿ ਘਰ ਤਾਂ ਹੁੰਨੇ ਆ, ਬਟ ਮੈਨੇਜ ਕਰਨਾ ਘਰ ਨੂੰ, ਐਂਡ ਦ ਪੀਪਲ ਆਰ ਗੋਇੰਗ ਟੂ ਆਫਿਸ, ਉਹਨੂੰ ਉਹੀ ਭੇਜ ਰਹੀ ਹੈ ਨਾ ਉਹਨਾਂ ਨੂੰ ਰੈਡੀ ਕਰਕੇ। देयर इज सो मेनी थिंग्स बिहाइंड दैट। ਸਿਰਫ ਘਰ ਬੈਠਣਾ ਇਹ ਨਹੀਂ ਹੈਗਾ,
ਉਹਨਾਂ ਦਾ ਜਿਹੜੇ ਹਾਊਸਵਾਈਫ ਨੇ, ਸਲੂਟ ਟੂ them ਐਜ਼ ਵੈਲ। ਮੈਂ ਵੀ ਹਾਊਸਵਾਈਫ ਹੀ ਹਾਂ ਕਿਉਂਕਿ ਆਈ ਐਮ ਵਰਕਿੰਗ ਫਰਮ ਹੋਮ। ਓਕੇ, ਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਪ੍ਰੋਫੈਸ਼ਨ ਦੀ, ਜਿਵੇਂ ਤੁਸੀਂ ਕਿਹਾ ਵੀ ਮੈਂ ਵਰਕ ਫਰਮ ਹੋਮ ਕਰ ਰਹੀ ਹਾਂ, ਤਾਂ ਆਪਾਂ ਥੋੜਾ ਜਿਹਾ ਆਡੀਅנס ਦੱਸਦੇ ਹਾਂ ਵੀ ਤੁਸੀਂ ਆਪਣੇ ਬਿਜ਼ਨਸ ਬਾਰੇ, ਆਪਣੀ ਜੌਬ ਬਾਰੇ ਵੀ ਦੱਸੋ। ਜੀ, ਆਈ ਐਮ ਅ ਬਿਜ਼ਨਸ ਡਿਵੈਲਪਮੈਂਟ ਮੈਨੇਜਰ। ਓਕੇ, ਸੋ ਆਈ working remotely, and there is behind a story ki how I started, it's a long story how I started, but I want to say ki there was a day when I think कि ਮੈਨੂੰ ਕੁਝ ਕਰਨਾ ਚਾਹੀਦਾ ਹੈ, sleep, eat, chores, and ਇਸ ਤੋਂ ਇਲਾਵਾ ਮੈਨੂੰ ਲੱਗਿਆ ਕਿ ਯਾਰ ਕਿਉਂ ਸਟੱਡੀ ਕੀਤੀ ਹੈ ਨਾ, like you are not doing any productive, any just ਸੋ ਰਹੇ ਹਾਂ, ਕੰਮ ਕਰ ਰਹੇ ਹਾਂ, ਲੇਟ ਰਹੇ ਹਾਂ, तो I have done masters, है ना, M.Com business innovation, तो it is related to commerce, तो but the work I am doing, it's completely different, it is a AI word and there is so many things, ਤੁਸੀਂ ਤੁਹਾਨੂੰ ਜ਼ਰੂਰੀ ਨਹੀਂ ਜੋ ਤੁਸੀਂ ਸਟੱਡੀ ਕਰ ਰਹੇ ਤੁਹਾਨੂੰ ਉਹੀ ਕੰਮ ਮਿਲੂਗਾ। ਮਾਸਟਰਸ ਕਰਨ ਤੋਂ ਬਾਅਦ when I try to get a job, then I realize ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਤੁਸੀਂ ਮਾਸਟਰਸ ਕੀਤੀ ਹੈ ਤੇ ਤੁਹਾਨੂੰ ਨੌਕਰੀ ਮਿਲ ਜਾਏਗੀ। no, ਤੁਹਾਨੂੰ ਸਕਿੱਲਸ ਨਵੇਂ ਤੁਹਾਨੂੰ enhance ਕਰਨੇ ਪੈਣੇ, ਲਰਨ ਕਰਨੇ ਪੈਣੇ ਆ। तो I have worked, I think 5 months for free, kind of internship. ਉਸ ਤੋਂ ਇਲਾਵਾ I have done so many courses, YouTube studies, apps download ਕੀਤੀਆਂ, courses ਕੀਤੇ। ਚਲੋ then I could find a way ਕਿ ਮੈਂ get a job, internship ਕੀਤੀ, get a job, and now I'm doing well. Thank you for the thank you ਵਾਹਿਗੁਰੂ for that। ਨਹੀਂ, ਗ੍ਰੇਟ। ਜਿਵੇਂ ਤੁਸੀਂ, ਮੈਂ ਬੜੀ ਇਨਸਪਾਇਰਡ ਹੋ ਜਦੋਂ ਤੁਸੀਂ, ਮੈਨੂੰ ਲੱਗਦਾ ਹੈ ਵੀ ਹਰ ਲੇਡੀ ਲਈ ਜਦੋਂ ਉਹਦੀ ਮੈਰਿਜ ਹੁੰਦੀ ਹੈ ਬਹੁਤ ਕੁਝ ਚੇਂਜ ਹੁੰਦਾ ਹੈ। ਬਿਫੋਰ ਮੈਰਿਜ ਸਾਡੀਆਂ ਰਿਸਪੌਂਸਿਬਿਲਿਟੀਜ਼ ਘੱਟ ਹੁੰਦੀਆਂ ਨੇ, ਸਟੱਡੀ ਤੱਕ ਜਾਂ ਜੌਬ ਤੱਕ ਆਪਾਂ ਹੁੰਦੇ ਆ, ਉਸ ਤੋਂ ਬਾਅਦ ਆਪਣੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਫਟਰ ਮੈਰਿਜ ਹੈ ਨਾ ਕਾਫੀ ਕੁਝ ਸਟਾਰਟ ਕੀਤਾ, ਵੈਨ ਯੂ ਥਿੰਕ ਕਿ ਯਾਰ ਮੈਂ ਤਾਂ ਕੁਝ ਵੀ ਨਹੀਂ ਕਰ ਰਹੀ, ਤਾਂ ਤੁਸੀਂ ਕੋਰਸਿਸ ਕੀਤੇ। ਵਟ ਇਜ਼ ਯੋਰ ਪੁਆਇੰਟ ਆਫ ਵਿਊ ਫॉर ਦੋਜ਼ ਲੇਡੀਜ਼ ਜਿਹੜੀਆਂ ਘਰ 'ਚ ਆਪਾਂ ਕਹਿ ਸਕਦੇ ਹਾਂ ਦੇ ਆਰ ਜਸਟ ਸਕਰੋਲਿੰਗ ਐਂਡ ਵੇਸਟਿੰਗ देयर टाइम? ਬਾਕੀ it's a very personal thing if you want to do anything or not, but I want to say कि like ਜ਼ਰੂਰੀ ਨਹੀਂ ਪੈਸਾ ਜ਼ਰੂਰੀ ਹੈ, ਪਹਿਚਾਨ ਵੀ ਜ਼ਰੂਰੀ ਹੈ ਨਾ, ਕਿ you should have your own identity ਕਿ ਤੁਸੀਂ ਕੀ ਕਰਦੇ ਹੋ, being daughter to your father and then wife to your husband, what else you need to identify ਕਿ ਹਾਂ ਮੈਨੂੰ ਵੀ ਕੋਈ ਕਵੇ ਯਾਰ ਤੁਸੀਂ ਉੱਥੇ ਕੰਮ ਕਰਦੇ ਹੋ। and apart from that ਤੁਹਾਨੂੰ ਲਰਨ ਤੁਸੀਂ ਇਸ ਲਈ ਕਰਨਾ ਕਿ ਤੁਹਾਨੂੰ ਅੱਜ ਕੱਲ ਜਿੱਦਾਂ there are drastic change, ਜਦੋਂ ਆਪਾਂ ਪੜ੍ਹਦੇ ਸੀ ਔਰ ਹੁਣ ਪੜ੍ਹਦੇ ਸੀ, we have seen ਕਿ ਕਿੰਨਾ ਜ਼ਿਆਦਾ ਚੇਂਜਸ ਆਏ ਨੇ ਸਟੱਡੀ, ਬੱਚਿਆਂ ਦੀ ਸਟੱਡੀਜ਼ ਦੇ ਵਿੱਚ, ਉਦਾਂ ਜਿਹੜੀਆਂ ਕਰੀਅਰ ਆਪਾਂ ਚੂਜ਼ ਕਰਦੇ ਆ ਹਨਾ, ਤੇ ਬੱਚੇ ਨੂੰ ਪੜ੍ਹਾਉਣ ਲਈ ਵੀ ਤੁਹਾਨੂੰ ਐਨਹਾਂਸ ਕਰਨੇ ਪੈਣੇ ਆਪਣੇ ਸਕਿੱਲ, ਤੁਹਾਨੂੰ ਚੀਜ਼ਾਂ ਲਰਨ ਕਰਨੀਆਂ ਪੈਣੀਆਂ। ਵੀ ਗॉट ਦ ਟਾਈਮ ਕਿ 2 ਘੰਟੇ ਆਪਾਂ ਰਾਤੀ ਬੈਠ ਕੇ ਸਕਰੋਲਿੰਗ ਕਰ ਸਕਦੇ ਆ, ਬਟ ਆਪਾਂ ਪੜ੍ਹ ਨਹੀਂ ਸਕਦੇ, ਆਪਾਂ ਸਕਿੱਲਸ ਲਰਨ ਨਹੀਂ ਕਰ ਸਕਦੇ। ਮੈਂ ਬਹੁਤ ਵਾਰੀ ਸੁਣਿਆ ਮਾਵਾਂ ਨੂੰ ਕਹਿੰਦੇ ਹੋਏ ਕਿ ਆਈ ਡੋਨਟ ਨੋ ਕਿ ਮੇਰਾ ਬੱਚਾ ਕੀ ਕਰਦਾ ਹੈ ਨਾ, ਮੈਨੂੰ ਨਹੀਂ ਪਤਾ ਉਹ ਸਟੱਡੀ ਕੀ ਕਰਦਾ ਹੈ। ਵਾਈ ਯੂ ਡੋਨਟ ਨੋ? ਤੁਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਯੂ ਕੈਨ ਲਰਨ ਐਟਲੀਸਟ ਫਾਈਨੈਂਸ਼ੀਅਲ ਵਾਸਤੇ ਨਹੀਂ, ਲੇਕਿਨ ਤੁਸੀਂ ਇਸ ਵਾਸਤੇ ਕਿ ਤੁਸੀਂ ਜਦੋਂ ਕਿਸੇ ਟੌਪਿਕ ਤੇ ਗੱਲ ਹੋਵੇ ਯੂ ਕੈਨ ਪਾਰਟਿਸਿਪੇਟ ਐਟਲੀਸਟ, ਨੌਲੇਜ ਤੁਸੀਂ, ਹਾਂ ਯੂ ਸ਼ੁਡ ਹੈਵ ਦ ਨੌਲੇਜ, ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕੋ ਵਟ ਆਰ ਯੂ ਡੂਇੰਗ, ਇਹ ਕੀ ਹੈ, ਜਾਂ ਸਮਝਣ ਦੀ ਕੋਸ਼ਿਸ਼ ਕਰੋ ਉਸ ਚੀਜ਼ਾਂ ਨੂੰ, ਠੀਕ ਹੈ ਨਾ। ਇਫ ਯੂ ਸੇਇੰਗ ਕਿ ਮੇਰੇ ਕੋਲ ਟਾਈਮ ਨਹੀਂ ਹੈ, you need to plan your day. Yes, ਸਾਰੇ ਮੈਨੂੰ ਲੱਗਦਾ ਬਿਲ ਗੇਟਸ ਹੈ, ਜਿੰਨੇ ਬਿਲੀਅਨੀਅਰ ਨੇ, ਸਾਰਿਆਂ ਕੋਲ ਸੇਮ 24 hours ਨੇ and they are managing so many things, ਠੀਕ ਹੈ। ਯੂ ਨਹੀਂ, ਐਦਾਂ ਨਹੀਂ ਕਿ ਟਾਈਮ ਨਹੀਂ ਹੈ, ਆਬਵੀਅਸਲੀ ਸਾਰੇ ਬਿਜ਼ੀ ਨੇ, ਘਰਾਂ ਦੇ ਕੰਮ ਬਹੁਤ ਹੁੰਦੇ ਨੇ, ਬਟ ਜਦੋਂ ਤੁਸੀਂ ਰਾਤੀ ਮੈਨੂੰ ਲੱਗਦਾ 10 ਵਜੇ ਤੋਂ ਬਾਅਦ ਸਾਰੇ ਰੀਲਾਂ ਦੇਖਦੇ ਹੁੰਦੇ ਹਨਾ, ਐਟਲੀਸਟ 1 hour ਰੀਲ ਦੇਖ ਕੇ ਅੱਧਾ ਘੰਟਾ ਤੁਸੀਂ ਲਰਨ ਕਰਨ ਚ ਲਾ ਲਓਗੇ ਨਾ ਕਿ ਚਲੋ ਐਟਲੀਸਟ ਮੈਂ ਕੁਝ ਨਵਾਂ ਪੜ੍ਹ ਲਾਂ ਜਾਂ ਰੀਡ ਕਰ ਲਾਂ ਜਾਂ ਬੁੱਕ ਰੀਡ ਕਰ ਲਾਂ ਜਾਂ ਕੋਈ ਕੋਰਸ ਕਰ ਲਾਂ ਹਨਾ, ਐਂਡ ਇਟ ਵੁੱਡ ਬੀ ਗੁੱਡ ਫॉर ਯੂ। ਤੁਸੀਂ ਬੱਚਿਆਂ ਨਾਲ ਗੱਲ ਕਰ ਪਾਓਗੇ। I want to share experience, like ਮੇਰੀ ਮਦਰ very well ਹੈ ਨਾ, ਕਿ ਜਦੋਂ ਅਸੀਂ ਸਟਾਰਟ ਕੀਤਾ, ਮੇਰੇ ਬ੍ਰਦਰ ਨੇ ਜਦੋਂ ਕੰਪਿਊਟਰ ਸਟਾਰਟ ਕੀਤਾ, they are learning ਹੈ ਨਾ, he is a programmer and another is a website designer, so ਮਮਾ ਕਹਿੰਦੇ ਕਿ ਮੈਂ ਵੀ ਕੰਪਿਊਟਰ ਸਿੱਖਣਾ ਆ, ਕਿ ਮੈਨੂੰ ਪਤਾ ਹੋਣਾ ਚਾਹੀਦਾ ਮੇਰੇ ਬੱਚੇ ਕੰਪਿਊਟਰ ਤੇ ਬੈਠ ਕੇ ਕੀ ਕਰ ਰਹੇ ਨੇ। and she was ਗਵਰਨਮੈਂਟ ਦੇ ਫ੍ਰੀ ਕੋਰਸਿਸ ਚੱਲ ਰਹੇ ਸੀ ਉਦੋਂ, and she used to go with the girls, ਸਮਾਲ ਟੀਨੇਜਰਸ ਗਰਲ ਦੇ ਨਾਲ ਜਾਂਦੇ ਸੀ, ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਕਿ ਮੈਂ ਛੋਟੀ ਛੋਟੀ ਗਰਲਸ ਨਾਲ ਜਾ ਕੇ ਪੜ੍ਹ ਰਹੀ ਹਾਂ, ਉੱਥੇ ਪ੍ਰੋਗਰਾਮਿੰਗ ਸਿੱਖ ਰਹੀ ਹਾਂ। ਸ਼ੀ ਸੈਡ ਕਿ ਹਾਂ ਮੈਂ ਲਰਨ ਕਰਨਾ, ਮੈਨੂੰ ਪਤਾ ਹੋਣਾ ਚਾਹੀਦਾ ਮੇਰੇ ਬੱਚੇ ਕੀ ਕਰਦੇ ਨੇ, ਐਂਡ ਦੈਟ ਇਨਸਪਾਇਰ ਮੀ ਆਲਸੋ। ਬਿਲਕੁਲ, ਜਿਵੇਂ ਤੁਸੀਂ ਗੱਲ ਕਹੀ, ਮਤਲਬ ਤੁਹਾਡੀ ਮਦਰ ਉਸ ਏਜ ਵਿੱਚ ਜਾ ਕੇ ਵੀ ਇੰਨਾ ਕੁਝ ਕਰ ਰਿਹਾ, ਤੇ ਆਪਾਂ ਤਾਂ ਹਜੇ ਕੁਝ ਵੀ ਨਹੀਂ ਬਣਾ ਪਏ। ਸਟਿਲ ਸ਼ੀ ਡੂਇੰਗ ਇਟ। ਹਾਂ, ਗ੍ਰੇਟ। ਐਂਡ ਅਸੀਂ ਉਹ ਪਤਾ ਨਹੀਂ ਨੈਟਵਰਕਿੰਗ ਕਾਈਂਡ ਆਫ ਚ ਕੁਝ ਕਰਦੇ ਨੇ, ਜਿੱਥੇ ਉਹਨਾਂ ਨੂੰ ਈਵਨ ਜ਼ੂਮ ਮੀਟਿੰਗ ਲਿੰਕ ਕ੍ਰੀਏਟ ਕਰਨਾ ਸਿਖਾਉਂਦੇ, ਜਿਹੜਾ ਇੱਕ ਨੋਰਮਲ ਵਾਈਫ ਨੂੰ ਮੈਨੂੰ ਤਾਂ ਨਹੀਂ ਪਤਾ ਹੋਣਾ ਕਿ ਕਿੱਦਾਂ ਕ੍ਰੀਏਟ ਕਰਨਾ ਹੈ ਨਾ। ਛੋਟੀ ਛੋਟੀ ਚੀਜ਼ਾਂ ਉਹਨਾਂ ਨੂੰ ਸਿਖਾਉਂਦੇ ਨੇ, ਐਂਡ ਵੀ ਡੋਂਟ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਤੁਸੀਂ ਰੁਕੋ, ਅਸੀਂ ਕਹਿੰਦੇ ਇਟਸ ਓਕੇ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ,
ਬਿਕੋਜ਼ ਮੈਨੂੰ ਨਹੀਂ ਲੱਗਦਾ ਲਰਨਿੰਗ ਦੀ ਵੀ ਕੋਈ ਉਮਰ ਹੈ ਆਪਾਂ ਕਹੀਏ ਜੀ ਹਾਂ ਨਹੀਂ ਹੁਣ ਕੀ ਫਾਇਦਾ ਵਿਆਹ ਹੋ ਗਿਆ। ਮੈਮ ਅਗਰ ਆਪਾਂ ਗੱਲ ਕਰੀਏ ਜਿਵੇਂ ਇੱਕ ਬਹੁਤ ਕੀ ਪੁਆਇੰਟ ਹੈ ਵੂਮਨ ਐਮਪਾਵਰਮੈਂਟ ਦੇ ਬਾਰੇ, ਉਹ ਹੈ ਫਾਈਨੈਂਸ਼ੀਅਲ ਇਕੁਐਲਿਟੀ। ਮੈਂ ਇੱਕ ਵੀਡੀਓ ਦੇਖੀ ਸੀ, ਪਤਾ ਨਹੀਂ ਅੱਧੀ ਸੀ ਕਿ ਪੂਰੀ ਸੀ ਮੈਨੂੰ ਨਹੀਂ ਪਤਾ, ਉਹਦੇ ਵਿੱਚ ਇਹ ਗੱਲ ਕਹਿ ਰਹੀ ਸੀ ਵੀ ਜਦੋਂ ਮਰਦ ਕਮਾਉਂਦਾ ਹਨਾ, ਵੀਡੀਓ ਐਸਾ ਚਾਹੀਦਾ ਸੀ, ਆਪਾਂ ਸਕਰੀਨ ਤੇ ਪਲੇ ਵੀ ਕਰਾਂਗੇ, ਵੀ ਜਦੋਂ ਮਰਦ ਕਮਾਉਂਦਾ ਤਾਂ ਉਹ ਸਾਰੇ ਘਰ ਤੇ ਖਰਚਦਾ, ਲੇਕਿਨ ਜਦੋਂ ਜਨਾਨੀ ਕਮਾਉਂਦੀ ਮਤਲਬ ਹਨਾ ਤਾਂ ਉਹ ਕਮਾਈ ਕਿੱਥੇ ਹੈ ਜਾਂ ਮਤਲਬ ਕਿਦਾਂ, ਮਤਲਬ ਜਿਵੇਂ ਆਪਾਂ ਬੀਇੰਗ ਵਰਕਿੰਗ ਹਨਾ, ਤੁਸੀਂ ਵੀ ਵਰਕਿੰਗ ਹੋ ਮੈਂ ਵੀ ਵਰਕਿੰਗ, ਆਪਾਂ ਕੋਈ ਇਹ ਨਹੀਂ ਕਹਿ ਰਹੇ ਆਪਾਂ ਕੋਈ ਫਾਈਨੈਂਸ਼ੀਅਲ ਉਹ ਨਹੀਂ ਡਿਸਕਸ ਕਰ ਰਹੇ ਵੀ ਕੌਣ ਕੀ ਖਰਚਦਾ, ਬਟ ਤੁਸੀਂ ਸਿਰਫ ਇੱਕ ਕਨਸੈਪਟ ਲੈਣਾ ਚਾਹੋ ਵੀ ਫਾਈਨੈਂਸ਼ੀਅਲ ਇਕੁਐਲਿਟੀ ਨੂੰ ਤੁਸੀਂ ਕਿੱਦਾਂ ਡਿਫਾਈਨ ਕਰੋਗੇ। ਆਈ ਐਗਰੀ, ਮਤਲਬ ਮੈਂ ਵੀ ਬਹੁਤ ਇਹ ਦੇਖਿਆ ਨੋਟਿਸ ਕੀਤਾ ਕਿ ਜਦੋਂ ਤਾਂ ਬੰਦੇ ਕਮਾਉਂਦੇ ਆ ਆਪਾਂ ਕਹਿੰਦੇ ਆ ਜੀ ਸਾਡਾ ਆ ਸਾਰਾ ਕੁਝ ਹੈ ਨਾ, ਤੇ ਜਦੋਂ ਵਿਮਨ ਕਮਾਉਂਦੀ ਆ ਨਾ ਉਹ ਕਹਿੰਦੀ ਮੇਰੇ ਪੈਸੇ ਹੈ ਨਾ। ਤੇ ਜੇ ਆਪਾਂ ਗੱਲ ਕਰਦੇ ਆ ਇਕੁਐਲਿਟੀ ਦੀ, ਠੀਕ ਹੈ ਕਿ ਆਪਾਂ ਨੂੰ ਇਕੁਅਲ ਰਾਈਟਸ ਚਾਹੀਦੇ ਨੇ, ਵੀ ਨੀਡ ਫਰੀडम, ਦੈਨ ਜਦੋਂ ਫਾਈਨੈਂਸ਼ੀਅਲ ਦੀ ਗੱਲ ਆਉਂਦੀ, ਰਿਸਪੌਂਸਿਬਿਲਿਟੀ ਦੀ ਗੱਲ ਆਉਂਦੀ ਆ, ਉਦੋਂ ਆਪਾਂ ਕਿਉਂ ਕਹਿੰਦੇ ਆ ਵੀ ਮੇਰੇ ਪੈਸੇ ਆ। ਅਗਰ ਆਪਣੇ ਹਸਬੈਂਡ ਇਦਾਂ ਬਿਹੇਵ ਕਰਨ ਆਪਣੇ ਨਾਲ, ਅਗਰ ਉਹ ਕਹਿਣ ਕਿ ਮੇਰਾ ਪੈਸਾ ਆ, ਤੁਸੀਂ ਬਰਦਾਸ਼ਤ ਕਰ ਲਓਗੇ ਇਸ ਚੀਜ਼ ਨੂੰ? ਆਬਵੀਅਸਲੀ ਤੁਸੀਂ ਕਹੋਗੇ ਜੀ ਲੈ ਮੈਂ ਕਿਹਦੇ ਆਸਰੇ ਆਈ ਹਾਂ ਹਨਾ। ਤੇ ਜਦੋਂ ਤੁਸੀਂ ਕਮਾਉਂਦੇ ਹੋ ਤੇ ਉਹਨਾਂ ਦਾ ਵੀ ਉਨਾ ਹੀ ਹੱਕ ਹੈ ਨਾ, ਐਂਡ ਰਿਸਪੌਂਸਿਬਿਲਿਟੀਜ਼ ਜਿਹੜੀਆਂ ਨੇ ਫਾਈਨੈਂਸ਼ੀਅਲ ਉਹ ਵੀ ਤੁਹਾਡੀ ਉਨਾ ਹੀ ਹੱਕ ਹੈ ਤੁਹਾਡਾ ਵੀ ਉਸ ਚੀਜ਼ ਤੇ, ਬਿਕੋਜ਼ ਬੱਚੇ ਦੋਨਾਂ ਦੇ ਨੇ, ਰਿਸਪੌਂਸਿਬਿਲਿਟੀ ਦੋਨਾਂ ਦੀ ਆ, ਫੈਮਿਲੀਜ਼ ਦੋਨਾਂ ਦੀਆਂ ਨੇ ਹੈ ਨਾ। ਬਿਲਕੁਲ, ਤੇ ਇਕੁਅਲੀ ਹੱਕ ਬਣਦਾ ਦੋਨਾਂ ਦਾ। ਅਸੀਂ ਲਾਸਟ ਵੀਕ ਪੋਡਕਾਸਟ ਡਿਸਕਸ ਕਰ ਰਹੇ ਸੀ ਵੀ ਵੂਮਨ ਇਸ ਲਈ ਕਮਾ ਰਹੀ ਹੈ ਕਿਉਂਕਿ ਉਹ ਇਸ ਕਾਬਿਲ ਹੈ ਵੀ ਉਹ ਕਮਾ ਸਕਦੀ ਹੈ ਹਨਾ। ਆਪਾਂ ਕਮਾ ਕੇ ਅਗਰ ਘਰ ਲਿਆ ਵੀ ਰਹੇ ਆ, ਜਿਵੇਂ ਤੁਸੀਂ ਕਿਹਾ ਵੀ ਮੇਰਾ ਪੈਸਾ ਨਹੀਂ ਹੋਣਾ ਚਾਹੀਦਾ, ਉਹ ਡਿਵਾਈਡ ਵੀ ਨਹੀਂ ਮੈਂ ਕਹੂੰਗਾ, ਆਬਵੀਅਸਲੀ ਘਰ ਦਾ ਪੈਸਾ ਇੱਕ ਜਗ੍ਹਾ ਤੇ ਹੋਵੇ, ਜਿਹਨੂੰ ਨੀਡ ਹੈ ਜਿੰਨੀ ਲੋੜ ਹੈ, ਆਬਵੀਅਸਲੀ ਓਵਰ ਐਕਸਪੈਂਸਿਸ ਨਾ ਕਰਕੇ ਤੁਸੀਂ ਆਪਣੇ, ਕਿਉਂਕਿ ਅੱਜਕੱਲ ਖਰਚੇ ਹੈ ਵੀ ਬਹੁਤ ਆਪਾਂ ਕਮਨ ਲੱਗਦਾ ਇੱਕ ਰੀਜ਼ਨ ਇਹ ਵੀ ਆਪਣੇ ਕਿਤੇ ਨਾ ਕਿਤੇ ਕਮਾਉਣ ਦਾ ਵੀ ਖਰਚੇ ਬਹੁਤ ਨੇ, ਆਪਾਂ ਨੂੰ ਐਸ਼ ਵੀ ਕਰਨੀ ਆ, ਆਪਾਂ ਆਪਣੇ ਬੱਚਿਆਂ ਨੂੰ ਅੱਛੇ ਸਕੂਲ 'ਚ ਵੀ ਪੜ੍ਹਾ ਰਹੇ ਆ, ਆਪਣੇ ਹੋਰ ਐਕਸਪੈਂਸਿਸ ਓਵਰ ਐਕਸਪੈਂਸਿਸ ਵੀ ਉਹਨੂੰ ਕਹਿ ਸਕਦੇ ਆ ਵੀ ਆਪਾਂ ਕਰ ਲੈਂਦੇ ਆ ਕਈ ਵਾਰ, ਕਿਉਂਕਿ ਪਹਿਲੇ ਟਾਈਮ 'ਚ ਨਹੀਂ ਸੀ ਮਾਹੌਲ ਵੀ ਆਪਾਂ ਜੀ ਅੱਜ ਫਿਲਮ ਦੇਖਣ ਜਾ ਰਹੇ ਆ ਜੀ, ਅੱਜ ਇਹ ਅੱਜ ਉਹ ਹੈ, ਲੇਕਿਨ ਅੱਜ ਦਾ ਟਾਈਮ ਇਹ ਹੈ ਵੀ ਆਪਾਂ ਨੂੰ ਕਿਤੇ ਨਾ ਕਿਤੇ ਉਹ ਫਰੈਸ਼ ਕਰਨ ਲਈ ਮਾਈਂਡ ਕਹਿ ਲਓ, ਜਾਂ ਅੱਜ ਕੱਲ ਦਾ ਸਟ੍ਰੈਸਫੁਲ ਮਾਹੌਲ ਹੈ ਵੂਮਨ ਲਈ, ਆਪਾਂ ਜਿਵੇਂ ਆਪਾਂ ਕਹਿ ਹੀ ਰਹੇ ਆ ਡਿਪਰੈਸਿੰਗ ਵੀ ਆਪਾਂ ਘਰ 'ਚ ਰਹਿ ਕੇ ਇੱਕ ਟਾਈਮ ਇਦਾਂ ਵੀ ਆਪਾਂ ਹੁਣ ਘੁੰਮਣ ਜਾਣਾ, ਤਾਂ ਘੁੰਮਣ ਜਾਣ ਲਈ ਫਿਰ ਪੈਸੇ ਚਾਹੀਦੇ ਤੇ ਫਿਰ ਉਹਦੇ ਲਈ ਆਪਾਂ ਕਮਾ ਰਹੇ ਹਾਂ। ਮੈਨੂੰ ਮੇਰੀ ਸੋਚ ਹੈ ਵੀ ਆਪਾਂ ਜੇ ਕਮਾ ਰਹੇ ਹਾਂ ਤਾਂ ਆਪਾਂ ਆਪਣੀ ਖੁਸ਼ੀ ਲਈ ਕਮਾ ਰਹੇ ਹਾਂ, ਇਹਨੂੰ ਸਟ੍ਰੈਸ ਲੈ ਕੇ ਨਾ ਕਰੋ ਜੀ ਹਨਾ। ਤੇ ਹੋਰ ਤੁਸੀਂ ਇਹਦੇ ਵਿੱਚ ਕੀ ਐਡ ਕਰਨਾ ਚਾਹੋਗੇ, ਅਗਰ ਤੁਸੀਂ ਆਪਣੇ ਬਿਹਾਫ ਤੇ ਕੁਝ ਐਡ ਕਰਨਾ ਹੋਵੇ ਫਾਈਨੈਂਸਿਸ ਨੂੰ ਲੈ ਕੇ, ਕਿ ਲੇਡੀਜ਼ ਨੂੰ ਜੋ ਫੈਮਿਲੀ ਵਿੱਚ ਕਮਾ ਰਹੀਆਂ ਨੇ, ਕਿਉਂਕਿ ਮੈਸੇਜ ਦੇਖੋ ਕਾਫੀ ਜਣੇ ਆਪਣੇ ਦੇਖ ਰਹੇ ਨੇ ਔਰ ਕਈ ਘਰ ਵਿੱਚ ਇਹੀ ਕਨਫਲਿਕਟਸ ਚੱਲਦੇ ਹੁੰਦੇ ਆ ਮਨੀ ਨੂੰ ਲੈ ਕੇ, ਵਰਕਿੰਗ ਵੂਮਨ ਤੇ ਸਟ੍ਰੈਸ ਹੈ, ਤਾਂ ਤੁਸੀਂ ਇਸ ਬਾਰੇ ਕੀ ਪੁਆਇੰਟ ਆਫ ਵਿਊ ਦੇਣਾ ਚਾਹੋਗੇ? ਮੈਂ ਉਹੀ ਕਹਿੰਦੀ ਆ ਨਾ ਕਿ ਆਪਾਂ ਗੱਲ ਕਰਦੇ ਆ ਇਕੁਐਲਿਟੀ ਦੀ, ਕਿ ਸਾਨੂੰ ਇਕੁਅਲ ਰਾਈਟਸ ਚਾਹੀਦੇ ਆ ਹਰ ਚੀਜ਼ ਦੇ ਵਿੱਚ, ਤੇ ਰਾਈਟਸ ਸਾਡੇ ਉੱਥੇ ਵੀ ਨੇ ਕਿ ਅਸੀਂ ਵੀ ਆਪਣੇ ਹਸਬੈਂਡ ਦੇ ਨਾਲ ਉਸ ਚੀਜ਼ 'ਚ ਕੰਟਰੀਬਿਊਟ ਕਰੀਏ, ਥੋੜਾ ਕਰੀਏ, ਚਾਹੇ ਯੂ ਡੋਨਟ ਨੀਡ ਟੂ ਕਿ ਤੁਸੀਂ ਪੂਰਾ ਦੇ ਦਿਓ, ਤੁਸੀਂ ਸੇਵ ਕਰੋ। ਆਬਵੀਅਸਲੀ ਜਾਣਾ ਤਾਂ ਕਿਤੇ ਵੀ ਨਹੀਂ, ਤੁਸੀਂ ਤਾਂ ਦੇਣਾ ਤਾਂ ਕਿਤੇ ਨਹੀਂ, ਘਰ 'ਚ ਯੂਟਿਲਾਈਜ਼ ਹੋਣੀਆਂ ਉਹ ਚੀਜ਼ਾਂ, ਤੁਸੀਂ ਯੂ ਕੈਨ ਸੇਵ ਯਰ ਮਨੀ ਐਜ਼ ਵੈਲ, ਬਟ ਜਿੰਨਾ ਤੁਹਾਡੀ ਕੰਟਰੀਬਿਊਸ਼ਨ ਹੋ ਸਕਦੀ ਤੁਸੀਂ ਯੂ ਕੈਨ ਹੈਲਪ them। ਇਟਸ ਵੈਰੀ ਇੰਪੋਰਟੈਂਟ ਟੂ ਡਿਸਕਸ ਕਿ ਕੋਈ ਡਿਸਕਸ ਨਹੀਂ ਕਰਦਾ ਇਸ ਚੀਜ਼ ਬਾਰੇ ਕਿ women have the option to choose the career or not, like she can sit मैं नहीं काम करना, I'm not in the mood, but men don't have the option। ਉਹਨਾਂ ਨੂੰ ਸਾਰੀ ਉਮਰ ਕਰਨਾ ਪੈਂਦਾ ਹੈ, ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਉਹਨਾਂ ਨੇ ਪੂਰੀ ਉਮਰ, ਉਹਨਾਂ ਨੂੰ ਸ਼ੁਰੂ ਤੋਂ ਹੀ ਇਦਾਂ ਹੀ ਗਰੋਨ ਅਪ ਉਹ ਇਦਾਂ ਹੀ ਹੁੰਦੇ ਆ, ਉਹਨਾਂ ਨੂੰ ਪਤਾ ਤੁਸੀਂ ਕਮਾਣਾ ਹੈ, ਡਸਨਟ ਮੈਟਰ ਕਿੱਦਾਂ ਉਹ ਜਾ ਕੇ ਕਮਾ ਕੇ ਲੈ ਕੇ ਆਂਦਾ ਹੈ, ਠੀਕ ਹੈ ਨਾ। ਤੁਹਾਡੇ ਕੋਲ ਆਪਸ਼ਨ ਹੈਗੀ ਹੈ, when you are utilizing that opportunity you should contribute as well। ਬਿਲਕੁਲ ਮੈਮ, ਆਈ ਐਗਰੀ। ਮਤਲਬ ਇਹ ਪੁਆਇੰਟ ਆਪਾਂ ਕਹਿੰਦੇ ਵੂਮਨ ਐਮਪਾਵਰਮੈਂਟ ਦੀ ਜਗ੍ਹਾ ਤੇ ਆਪਾਂ ਨਾਰੇ ਲਗਾਉਂਦੇ ਆ, ਆਪਾਂ ਇੰਨੀ ਹਨਾ ਫੈਮਿਨਿਜ਼ਮ ਨੂੰ ਕੀਤਾ ਜਾਂਦਾ ਹੈ, ਬਟ ਇਹ ਵੀ ਪੁਆਇੰਟ ਆਫ ਵਿਊ ਹੈ। ਇਹੀ ਪੁਆਇੰਟ ਆਫ ਵਿਊ ਇਹ ਹੈ ਕਿ ਜਦੋਂ ਇਹ ਕਦੇ ਪੁਆਇੰਟ ਨਹੀਂ ਸੀ ਇਸ ਗੱਲ ਤੇ, ਮੈਨੂੰ ਲੱਗਦਾ ਲੜਾਈ ਹੋਣੀ ਨਹੀਂ ਚਾਹੀਦੀ ਸੀ ਕਿ ਕੌਣ ਜ਼ਿਆਦਾ ਆ, ਵੂਮਨ ਘੱਟ ਹੈ ਜਾਂ ਮੈਨ ਜ਼ਿਆਦਾ ਹੈ, ਵਟਐਵਰ, ਠੀਕ ਹੈ। it was about supporting each other, it was about recognizing ਕਿ ਉਹਦੇ ਬੰਦੇ ਦੀ ਕੀ ਰਿਸਪੌਂਸਿਬਿਲਿਟੀਜ਼ ਨੇ, ਮੇਰੀਆਂ ਕੀ ਨੇ, ਠੀਕ ਹੈ ਨਾ, ਕਿ ਉਹ ਵੀ ਕੰਟਰੀਬਿਊਟ ਕਰ ਰਹੇ ਨੇ, ਆਪਾਂ ਵੀ ਕਰ ਰਹੇ ਨੇ। it is about balance, yes, it should about balancing। ਬਿਲਕੁਲ। ਜੇ ਹੁਣ ਜਿੱਦਾਂ ਹਸਬੈਂਡਸ ਵੀ ਨੇ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਫ ਦੇ ਵਾਂਟ ਫਾਈਨੈਂਸ਼ੀਅਲ ਇੰਡੀਪੈਂਡੈਂਸ ਐਂਡ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਕੰਟਰੀਬਿਊਸ਼ਨ ਨਾਲ ਮਿਲੇ, ਤੇ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਰਿਸਪੌਂਸਿਬਿਲਿਟੀ ਜੋ ਵਾਈਫਸ ਦੀ ਨੇ ਉਹ ਥੋੜੀ ਸ਼ੇਅਰ ਕਰਨ ਆਪਣੇ ਨਾਲ, ਬਿਕਾਜ਼ ਜਦੋਂ ਵੂਮਨ ਜਦੋਂ ਓਵਰਲੋਡਡ ਹੋ ਜਾਂਦੀ ਹੈ ਨਾ, ਲਾਈਕ ਵਿਦ ਦਾ ਵਰਕ ਐਂਡ ਦ ਹਾਊਸ ਹੋਲਡ ਚੋਰਸ, ਆਬਵੀਅਸਲੀ ਡਿਪਰੈਸਿੰਗ ਹੋ ਜਾਂਦੀ ਹੈ ਉਹ ਚੀਜ਼। ਜਦੋਂ ਆਪਾਂ ਕਹਿੰਦੇ ਕਿ ਠੀਕ ਹੈ ਯਾਰ ਥੋੜੀ ਮੇਰੀ ਰਿਸਪੌਂਸਿਬਿਲਿਟੀ ਤੂੰ ਵੀ ਲੈ ਲੈ, ਥੋੜਾ ਕੰਮ ਕਰਨਾ ਸ਼ੁਰੂ ਕਰ ਦੇ ਨਾ, ਯੂ ਕੈਨ ਹੈਲਪ ਮੀ,
ਐਟ ਦ ਸੇਮ ਟਾਈਮ ਯੂ ਕੈਨ ਆ ਕੇ ਜਿਵੇਂ ਬੱਚਿਆਂ ਨੂੰ ਥੋੜਾ ਪੜਾ ਲਿਆ ਜਾਂ ਥੋੜੀ ਵਿੱਚ ਹੈਲਪ ਕਰ ਦਿੱਤੀ, ਉਹੀ ਗੱਲ ਆ ਗਈ ਸਪੋਰਟਿੰਗ ਈਚ ਅਦਰ ਐਂਡ ਬੈਲੈਂਸਿੰਗ, ਰਾਈਟ। ਜਿਵੇਂ ਤੁਸੀਂ ਇੱਕ ਗੱਲ ਕੀਤੀ ਵੀ ਸਟਾਰਟਿੰਗ ਦੇ ਵਿੱਚ ਵੀ ਵਮਨ ਦੇ ਅੰਦਰ ਸਕਿੱਲ ਹਰ ਇੱਕ ਦੇ ਅੰਦਰ ਹੁੰਦੀ ਹੈ, ਸਿਰਫ ਉਹਨੂੰ ਬਾਹਰ ਕੱਢਣ ਦੀ ਇੱਕ ਲੋੜ ਹੈ। ਕਿਉਂਕਿ ਦੇਖੋ ਵੇਲੇ ਵੀ ਤਾਂ ਬੈਠੇ ਹੀ ਆ, ਮੈਂ ਨਹੀਂ ਕਹੂੰਗੀ ਵੀ ਹਾਂ ਦੇਖੋ ਹਰ ਕੋਈ ਆਪਣੇ ਘਰੇ ਖੁਸ਼ ਹੈ, ਆਪਾਂ ਫਾਈਨੈਂਸ਼ੀਅਲ ਨੂੰ ਇੱਕ ਸਾਈਡ ਤੇ ਰੱਖ ਕੇ ਜਿਵੇਂ ਆਪਾਂ ਦੇਖ ਰਹੇ ਆ ਵੀ ਡਿਪਰੈਸ਼ਨਸ ਹੋ ਜਾਂਦੇ ਆ, ਆਪਾਂ ਕਹਿੰਦੇ ਵੇਲਿਆਂ ਨੂੰ ਬੈਠੀ ਹੋਈ ਜਾਂਦੇ ਆ, ਉਹ ਰੀਜ਼ਨ ਇਹੀ ਹੈ ਵੀ ਦੇ ਆਰ ਨਾਟ ਯੂਟਿਲਾਈਜ਼ਿੰਗ देयर એનર્ਜੀ। ਪੋਜ਼ਿਟਿਵ એનર્ਜੀ ਜਿਹੜੀ ਉਹ ਨੈਗੇਟਿਵ એનર્ਜੀ 'ਚ ਬਦਲ ਜਾਂਦੀ ਹੈ, ਫਿਰ ਉਹ ਨੈਗੇਟਿਵ ਹੀ ਬਾਹਰ ਆਏਗਾ ਨਾ ਸਾਰਾ ਕੁਝ। ਤਾਂ ਆਪਾਂ ਉਹਨਾਂ ਲੇਡੀਜ਼ ਨੂੰ ਅਗਰ ਮੈਸੇਜ ਦੇਣਾ ਹੋਵੇ ਕਿ ਕਿੱਦਾਂ ਉਹ ਆਪਣੇ ਸਕਿੱਲਸ ਡਿਵੈਲਪ ਕਰਨ ਜਾਂ ਆਪਣੇ ਆਪ ਨੂੰ ਬਿਜ਼ੀ ਰੱਖਣ, ਤਾਂ ਉਹਨਾਂ ਲਈ ਤੁਸੀਂ ਕੀ ਕਹੋਗੇ? ਉਹੀ ਮੈਂ ਜਿਵੇਂ ਆਈ ਹੈਵ ਡਿਸਕਸ ਬਿਫੋਰ ਐਜ਼ ਵੈਲ ਕਿ ਜਦੋਂ ਆਪਾਂ ਰੀਲ ਦੇਖਦੇ ਨਾ, ਬਹੁਤ ਬਕਵਾਸ ਕੰਟੈਂਟ ਵੀ ਵਿੱਚ ਆਉਂਦਾ ਹੈ, ਕਿਤੇ ਨਾ ਕਿਤੇ ਆਪਣੇ ਮਾਈਂਡ ਨੂੰ ਅਫੈਕਟ ਕਰਦਾ ਹੈ। ਇਨਫੋਰਮੇਸ਼ਨ ਵਾਲੀਆਂ ਤਾਂ ਘੱਟ ਹੀ ਹੁੰਦੀਆਂ ਨੇ, ਉਹ ਕਿਤੇ ਨਾ ਕਿਤੇ ਆਪਣੇ ਦਿਮਾਗ 'ਚ ਰਹਿੰਦੀਆਂ, ਆਪਾਂ ਕੋਰਿਲੇਟ ਕਰਨ ਲੱਗ ਜਾਂਦੇ ਹਾਂ ਆਪਣੀ ਲਾਈਫ ਦੇ ਨਾਲ, ਅਲਟੀਮੇਟਲੀ ਵੀ ਡਿਪਰੈਸਡ ਆਵਰਸੈਲਫ, ਹੈ ਨਾ। ਜਦੋਂ ਤੁਸੀਂ ਉਸ ਚੀਜ਼ ਨੂੰ ਸਿਰਫ ਐਂਟਰਟੇਨਿੰਗ ਪਰਪਸ ਲਈ ਯੂਜ਼ ਕਰੋਗੇ ਨਾ ਕਿ ਠੀਕ ਹੈ ਹਾਫ ਐਨ ਆਵਰ ਜਾਂ 1 ਆਵਰ ਆਈ ਵਾਂਟ ਟੂ ਸੀ ਕਿ ਥੋੜਾ ਬਹੁਤ ਮਾਈਂਡ ਇੱਧਰ ਹੋ ਜਾਏ, ਠੀਕ ਹੈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ। ਉਸ ਤੋਂ ਬਾਅਦ ਲਰਨ ਕਰਨਾ ਕੁਝ ਵੀ ਨਵਾਂ, ਕੁਝ ਵੀ ਸਿੱਖ ਲਓ, ਕੋਈ ਬੁੱਕ ਰੀਡ ਕਰ ਲਓ, ਐਨੀਥਿੰਗ ਯੂ ਵਾਂਟ ਟੂ ਨੋ, ਯੂ ਵਾਂਟ ਟੂ ਲਰਨ ਨਿਊ ਡਿਸ਼ਿਜ਼, ਠੀਕ ਹੈ YouTube ਦੇਖੋ। ਤੁਸੀਂ ਮੰਨੋਗੇ ਜਦੋਂ ਅਸੀਂ ਛੋਟੇ ਸੀਗੇ, ਅਸੀਂ ਜਦੋਂ ਟੀਵੀ ਦੇਖਦੇ ਹੁੰਦੇ ਸੀ, ਮੰਮੀ ਡੈਡੀ ਨੇ ਕਹਿਣਾ ਕਿ ਦਿਸ ਇਜ਼ ਦ ਇਡੀਅਟ ਬਾਕਸ, ਇਹਨੇ ਸਾਰੀ ਰਾਤ ਚੱਲਣਾ ਹੈ, ਬਟ ਯੂ ਸ਼ੁਡ ਨੋ ਕਿ ਤੁਸੀਂ ਕਿੰਨਾ ਦੇਖਣਾ ਇਹਨੂੰ। ਨਾਓ ਵੀ ਹੈਵ ਦ ਇਡੀਅਟ ਬਾਕਸ ਇਨ ਆਰ ਹੈਂਡਸ, ਠੀਕ ਹੈ ਕਿ ਇਸ ਇਡੀਅਟ ਬਾਕਸ ਨੂੰ ਤੁਸੀਂ ਕਿਵੇਂ ਯੂਟਿਲਾਈਜ਼ ਕਰਨਾ। ਤੁਸੀਂ ਮੰਨੋਗੇ YouTube ਭਰਿਆ ਪਿਆ ਸਟੱਡੀ ਕੋਰਸਿਸ ਦੇ ਨਾਲ, ਪੀਪਲ ਆਰ ਗਿਵਿੰਗ ਦ ਐਜੂਕੇਸ਼ਨ ਔਨ ਫ੍ਰੀ ਕੋਰਸਿਸ ਨੇ, ਗੂਗਲ ਤੇ ਜਾ ਕੇ ਸਰਚ ਕਰੋ, ਠੀਕ ਹੈ ਨਾ, ਯੂ ਕੈਨ ਲਰਨ ਐਨੀਥਿੰਗ। ਬਸ ਤੁਹਾਨੂੰ ਥੋੜਾ ਹਿੰਮਤ ਕਰਨੀ ਪੈਣੀ ਹੈ, ਥੋੜਾ ਆਪਣਾ ਡੇ ਪਲਾਨ ਕਰਨਾ ਪੈਣਾ ਕਿ ਤੁਸੀਂ ਠੀਕ ਹੈ ਰੀਲਸ ਵੀ ਦੇਖੋ, ਇੰਜੋਏ ਵੀ ਕਰੋ, ਉਸ ਤੋਂ ਇਲਾਵਾ ਥੋੜਾ ਲਰਨਿੰਗ ਵੀ ਕਰੋ। I think ਮੈਨੂੰ ਲੱਗਦਾ it would be better for you। ਮੈਮ ਆਪਾਂ ਗੱਲ ਕਰ ਰਹੇ ਹਾਂ ਵਰਕਿੰਗ ਵੂਮਨ ਦੀ, ਹਨਾ, ਜਿਵੇਂ ਮੈਂ ਕਈ ਵਾਰ ਦੇਖਦੀ ਹਾਂ ਸਮਾਜ ਦੇ ਵਿੱਚ, ਤੁਸੀਂ ਵੀ ਵਰਕਿੰਗ ਹੋ, ਮੈਂ ਵੀ ਵਰਕਿੰਗ ਹਾਂ ਵੈਸੇ ਤਾਂ, ਬਟ ਚਲੋ ਆਪਾਂ ਆਪਣੇ ਆਪ ਨੂੰ ਮੈਨੇਜ ਬਹੁਤ ਵਧੀਆ ਕੀਤਾ ਹੋਇਆ। ਕਈ ਵਾਰ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਹੈ ਕਿ ਉਹਨਾਂ ਤੋਂ ਮੈਨੇਜ ਨਹੀਂ ਹੁੰਦਾ, ਹਨਾ, ਇਟ ਨੀਡਸ ਮਤਲਬ ਉਦਾਂ ਕੀ ਹੁੰਦਾ, ਫਿਰ ਥੋੜੀ ਜਿਹੀ ਉਹਨਾਂ ਦੀ ਫੈਮਿਲੀ ਇਸ਼ੂਜ਼ ਆ ਜਾਂਦੇ ਆ ਜਾਂ ਬਾਹਰੋਂ ਸੋਸਾਇਟੀ ਦਾ ਪ੍ਰੈਸ਼ਰ ਆ ਜਾਂਦਾ, ਤਾਂ ਬੜੀ ਇੱਕ ਲਾਈਨ ਫੇਮਸ ਹੁੰਦੀ ਹੈ, ਕੰਮ ਕਰਨ ਦੀ ਕੀ ਲੋੜ ਹੈ, ਨਹੀਂ ਹੁੰਦਾ ਛੱਡ ਦੋ। ਤਾਂ ਮਤਲਬ ਤਾਂ ਮੈਂ ਚਲੋ ਆਪਣਾ ਪੁਆਇੰਟ ਆਫ ਵੀ ਦੂੰਗੀ ਇਸ ਤੇ, ਇਹੀ ਹੈ ਜਿਵੇਂ ਵੀ ਆਪਾਂ ਕਹਿ ਦਿੰਦੇ ਆ ਵੀ ਕਈ ਵਾਰ ਉਹਦੀ ਮਜਬੂਰੀ ਹੁੰਦੀ ਹੈ ਕੰਮ ਕਰਨਾ, ਕਈ ਵਾਰ ਉਹਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਤੇ ਕਈ ਵਾਰ ਉਹਨੂੰ ਸ਼ੌਂਕ ਹੁੰਦਾ। ਮੈਨੂੰ ਕਈ ਵਾਰ ਤਾਂ ਹੁਣ ਆਪਾਂ ਵੀ ਦੇਖੋ, ਮੈਂ ਸ਼ੌਂਕ ਨਾਲ ਕੰਮ ਕਰ ਰਹੀ ਹਾਂ, ਠੀਕ ਹੈ, ਰਿਸਪੌਂਸਿਬਿਲਿਟੀ ਹੈ ਆਪਣੇ ਤੇ ਕਿ ਚਲੋ ਆਪਾਂ ਇੱਕ ਇਹੀ ਹੈ ਵੀ ਘਰ ਨਾਲ ਆਪਾਂ ਸਪੋਰਟ ਕਰ ਰਹੇ ਹਾਂ, ਇੱਕ ਸਿੰਪਲ ਐਜ਼ ਦੈਟ, ਬਟ ਮੋਰ ਓਵਰ ਮੈਨੂੰ ਲੱਗਦਾ ਮੈਂ ਸ਼ੌਂਕ ਨਾਲ ਕੰਮ ਕਰ ਰਹੀ ਹਾਂ, ਜਿਹਦੇ ਵਿੱਚ ਮੈਂ ਆਪਣੇ ਕੰਮ ਨੂੰ ਇੰਜੋਏ ਕਰ ਰਹੀ ਹਾਂ। ਸਟ੍ਰੈਸ ਮੈਨੂੰ ਆਉਂਦਾ ਹੈ ਬਟ ਮੈਂ ਉਹਨੂੰ ਮੈਨੇਜ ਕਰ ਲੈਂਦੀ ਹਾਂ। ਲੇਕਿਨ ਕਈ ਔਰਤਾਂ ਉਦਾਂ ਨੇ, ਉਹ ਇਸ ਸਟ੍ਰੈਸ ਵਿੱਚ ਆ ਕੇ ਕੰਮ ਛੱਡ ਦਿੰਦੀਆਂ ਆਪਣਾ, ਸਿਰਫ ਕਿਉਂ? ਸੋਸਾਇਟੀ ਜਾਂ ਆਪਾਂ ਕਈ ਵਾਰ ਇਹ ਵੀ ਕਹਿੰਦੇ ਨੇ ਫੈਮਿਲੀ ਪ੍ਰੈਸ਼ਰ ਆ ਜਾਂਦਾ, ਛੱਡਦੇ ਨਹੀਂ ਹੁੰਦਾ, ਕਿਉਂਕਿ ਉਹ ਕਿਤੇ ਨਾ ਕਿਤੇ ਵਮਨ ਨਾ ਚਿੜਚਿੜਾ ਹੋਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਪ੍ਰੈਸ਼ਰ ਆਉਂਦਾ, ਜਦੋਂ ਸਪੋਰਟ ਨਾ ਮਿਲੇ ਸ਼ਾਇਦ ਜ਼ਿਆਦਾ ਆ ਜਾਂਦਾ ਹੈ ਨਾ। ਤਾਂ ਤੁਸੀਂ ਉਹਨਾਂ ਲੇਡੀਜ਼ ਨੂੰ ਅਗਰ ਮੋਟੀਵੇਟ ਕਰਨਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਮੋਟੀਵੇਟ ਆਈ ਥਿੰਕ ਕਰਨ ਦੀ ਲੋੜ ਹੈ ਸਾਰਿਆਂ ਨੂੰ, ਉਹਨਾਂ ਦੀ ਫੈਮਿਲੀ ਨੂੰ ਵੀ, ਵੈਨ ਦੇ ਆਰ ਫੋਰਸਡ ਟੂ ਲੀਵ ਦ ਜੌਬ ਟੂ ਬੀ ਵਿਦ देयर ਕਿਡਸ, ਠੀਕ ਹੈ। ਕਦੇ ਤਾਂ ਰਿਸਪੌਂਸਿਬਿਲਿਟੀ ਹੁੰਦੀ, ਕਦੇ ਉਹਨਾਂ ਦਾ ਦਿਲ ਕਰਦਾ ਕਿ ਮੈਂ ਕਰਨਾ ਚਾਹਨੀ ਕੁਝ, ਕਈ ਵਾਰ ਮਜਬੂਰੀ ਵੀ ਹੁੰਦੀ ਹੈ, ਉਹਨਾਂ ਨੂੰ ਜਾਣਾ ਪੈਂਦਾ। ਲੋਕ ਤਾਂ ਮੈਂ ਕਹਿੰਦੀ ਬਹੁਤ ਕੁਝ ਕਹਿੰਦੇ ਨੇ ਕਿ ਆਪਣੇ ਬੱਚਿਆਂ ਦੀ ਕੇਅਰ ਨਹੀਂ ਕਰਦੀ, ਇਹਨੂੰ ਪਤਾ ਨਹੀਂ, ਇਹ ਛੱਡ ਕੇ ਚਲੇ ਜਾਂਦੀ ਹੈ। ਉਹ ਕਮਾ ਆਪਣੇ ਬੱਚਿਆਂ ਲਈ ਰਹੀ ਹੈ ਨਾ, ਕਿ ਕਿਹੜੀ ਆਪਣੇ ਸਿਰਫ ਇਕੱਲੇ ਲਈ ਕਮਾ ਰਹੀ ਹੈ, ਪੂਰੀ ਫੈਮਿਲੀ ਉਸ ਚੀਜ਼ 'ਚ ਬੈਨੀਫਿਟ ਕਰਦੀ ਹੈ ਨਾ। ਐਂਡ ਗੱਲ ਆ ਜਾਂਦੀ ਪਿੱਛੇ ਬੈਕਗ੍ਰਾਉਂਡ ਫੈਮਿਲੀ ਦੀ ਵੀ, ਜੇ ਸਰਦਾ ਹੈ ਨਾ, ਇਫ ਯੂ ਕੈਨ ਸਪੋਰਟ, ਅਗਰ ਤੁਸੀਂ ਥੋੜੀ ਰਿਸਪੌਂਸਿਬਿਲਿਟੀਜ਼ ਡੈਲੀਗੇਟ ਕਰ ਲਓ, ਹਾਊਸ ਹੈਲਪ ਰੱਖ ਲਓ, ਇਫ ਯੂ ਕੈਨ ਮੈਨੇਜ ਦ ਥਿੰਗ, ਮੈਨੂੰ ਲੱਗਦਾ ਬਹੁਤ ਅੱਛੀ ਗੱਲ ਹੈ। ਕਿਉਂਕਿ ਬੀਇੰਗ ਅ ਮੈਰਿਡ ਵੂਮਨ, ਤੁਹਾਨੂੰ ਆਪਣਾ ਕਰੀਅਰ ਔਰ ਹੋਮ ਬੈਲੈਂਸ ਕਰਨਾ ਇਜ਼ ਅ ਵੈਰੀ ਡਿਫਿਕਲਟ ਥਿੰਗ। ਆਈ ਆਲਰੇਡੀ ਨੋ, ਮਤਲਬ ਆਪਾਂ ਦੋਨੋਂ ਸਮਝਦੇ ਇਸ ਗੱਲ ਨੂੰ, ਠੀਕ ਹੈ ਨਾ। ਤੇ ਇਹਦੇ ਵਿੱਚ ਕੰਟਰੀਬਿਊਸ਼ਨ ਸਾਰਿਆਂ ਦਾ ਆਉਂਦਾ ਆ, ਠੀਕ ਹੈ। ਮਤਲਬ ਆਪਾਂ ਵੀ ਰਿਮੋਟਲੀ ਇਸ ਲਈ ਕੰਮ ਕਰਦੇ ਹਾਂ ਕਿਉਂਕਿ ਸਾਡੀ ਆ ਜਿਹੜੇ ਫੈਮਿਲੀ ਨੇ, ਮਦਰ ਇਨ ਲਾਜ਼ ਨੇ, ਓਬਵੀਅਸਲੀ ਦੇ ਆਰ ਨਾਟ, ਉਹਨਾਂ ਦੀ ਹੈਲਥ ਇਸ਼ੂਜ਼ ਨੇ ਕਿ ਉਹ ਬੱਚੇ ਨੂੰ ਨਹੀਂ ਸਾਂਭ ਸਕਦੇ, ਐਂਡ ਵੀ ਚੂਜ਼ ਕਿ ਅਸੀਂ ਘਰ ਬੈਠ ਕੇ ਹੀ ਕੁਝ ਕਰੀਏ, ਐਂਡ ਵੀ ਫਾਈਂਡ ਆਰ ਵੇ। ਆਪਾਂ ਦੋਨਾਂ ਨੇ ਲੱਭੇ ਆਪਣੇ ਰਸਤੇ, ਠੀਕ ਹੈ ਨਾ। ਏਦਾਂ ਆਪਾਂ ਸਾਰਿਆਂ ਨੂੰ ਮਿਲ ਕੇ, ਮੈਨੂੰ ਲੱਗਦਾ ਇਹ ਚੀਜ਼ ਕਰਨੀ ਚਾਹੀਦੀ ਹੈ, ਕਿਉਂਕਿ ਉਹ ਸਟ੍ਰੈਸਫੁਲ ਤਾਂ ਹੀ ਹੁੰਦਾ ਇੱਕ ਬੰਦੇ ਲਈ ਜਦੋਂ ਉਹਨੂੰ ਸਪੋਰਟ ਨਹੀਂ ਮਿਲਦੀ। ਉਹਦੇ ਤੋਂ ਐਕਸਪੈਕਟੇਸ਼ਨ ਤਾਂ ਬਹੁਤ ਹੁੰਦੀਆਂ ਨੇ ਕਿ ਯਾਰ ਤੂੰ ਅਰਨ ਕਰ ਜਾਂ ਪੂਰੀ ਹਰ ਚੀਜ਼ ਬੈਲੈਂਸ ਕਰਕੇ ਚੱਲ, ਲੇਕਿਨ ਉਹਨੂੰ ਸਪੋਰਟ ਨਹੀਂ ਮਿਲਦੀ ਉਸ ਚੀਜ਼ ਨਾਲ। ਸਪੋਰਟ ਉਹਨੂੰ ਹਸਬੈਂਡ ਨੇ ਵੀ ਕਰਨੀ ਹੈ, ਇਨ-ਲॉज ਨੇ ਵੀ ਕਰਨੀ, ਸਾਰਿਆਂ ਨੇ ਕਰਨੀ ਹੈ। ਜਿੱਥੇ ਤੱਕ ਹੋ ਸਕਦਾ ਪੋਸੀਬਲ ਹੈ ਤਾਂ ਕਰੋ, ਅਗਰ देयर इज नो ਵੇ ਆਬਵੀਅਸਲੀ ਦੇ ਨੀਡ ਟੂ, ਮਤਲਬ ਉਹਨੂੰ ਛੱਡਣੀ ਪਏਗੀ ਨਾ ਫਿਰ ਜੌਬ, ਕਿਉਂਕਿ ਉਹ ਹੈਲਥ ਇਸ਼ੂਜ਼ ਨਹੀਂ ਜ਼ਿਆਦਾ, ਫਿਰ ਉਹ ਜਦੋਂ ਇੱਥੇ ਪ੍ਰੈਸ਼ਰ ਆ ਗਿਆ ਨਾ, ਫਿਰ ਉਹ ਛੱਡ ਦੇਗੀ। ਹਾਂ, ਬਟ ਮੈਨੂੰ ਇਦਾਂ ਲੱਗਦਾ ਕਿ ਮੋਸਟ ਆਫ ਦਾ ਟਾਈਮ ਕੋਈ ਐਕਸੈਪਸ਼ਨਲ ਕੇਸ ਹੋਊਗਾ ਕਿ ਉਹਨੂੰ ਛੱਡਣੀ ਪਵੇ,
ਠੀਕ ਹੈ, ਮੋਸਟਲੀ ਛੱਡਣੀ ਨਹੀਂ ਚਾਹੀਦੀ। ਹਾਂ। ਸਾਰੀ ਫੈਮਿਲੀ ਨੂੰ ਕੰਟਰੀਬਿਊਟ ਕਰੋ, ਥੋੜਾ ਸਪੋਰਟ ਕਰੋ, ਇੱਕ ਦੂਸਰੇ ਨੂੰ ਸਮਝੋ, ਬੈਲੈਂਸ ਕਰਕੇ ਚੱਲੋ। ਫੈਮਿਲੀ ਕਾਹਦੇ ਵਾਸਤੇ ਹੁੰਦੀ ਆ? ਇਸੇ ਲਈ ਹੁੰਦੀ ਹੈ ਨਾ ਕਿ ਇੱਕ ਬੰਦਾ ਪ੍ਰੈਸ਼ਰਾਈਜ਼ ਹੋਵੇ। ਹੁਣ ਇੱਕ ਹਸਬੈਂਡ ਵੀ ਤਾਂ ਹੈ ਜਿਹੜਾ 4 ਬੰਦੇ ਜਾਂ 5 ਬੰਦੇ ਘਰੇ ਖਾਣ ਵਾਲੇ ਆ, ਉਹ ਬੰਦਾ ਇਕੱਲਾ ਪ੍ਰੈਸ਼ਰਾਈਜ਼ ਹੋ ਕੇ ਸਾਰਾ ਦਿਨ ਡਿਪਰੈਸਡ ਘੁੰਮਦਾ ਆ। ਆਬਵੀਅਸਲੀ ਤੁਸੀਂ ਉਤੋਂ ਕੀ ਐਕਸਪੈਕਟ ਕਰੋਗੇ? ਸੇਮ ਵੇ ਅਗਰ ਵਿਮਨ ਨੇ ਕੰਮ ਕਰਨਾ, ਉਹਨੂੰ ਵੀ ਚਾਹੀਦਾ ਕਿ ਵੀ ਕੋਈ ਮੈਨੂੰ ਸਪੋਰਟ ਕਰੇ ਪਿੱਛੇ, ਕਿ ਥੋੜਾ ਮੇਰੇ ਲਈ ਸਟ੍ਰੈਸ ਘੱਟ ਹੋਵੇ। ਤਾਂ ਇਟ ਇਜ਼ ਅਬਾਊਟ ਦ ਹੋਲ ਫੈਮਿਲੀ ਕਿ ਸਾਰੇ ਸਪੋਰਟ ਦੇ ਕਰਨ। ਵਿੱਚ ਇਹੀ ਗੱਲ ਐਡ ਕਰੂੰਗੀ, ਜੇਕਰ ਮਤਲਬ ਮੈਂ ਆਪਣੀ ਪੁਆਇੰਟ ਆਫ View ਦਵਾਂ ਕਿ ਨਹੀਂ ਛੱਡਣਾ ਚਾਹੀਦਾ ਕੰਮ, ਨਹੀਂ ਮੈਨੇਜ ਕਰ ਲਓ, ਨਹੀਂ ਛੱਡਣਾ, ਕਿਉਂਕਿ ਜੇ ਇੱਕ ਵਾਰੀ ਸੁਪਨਾ ਮਰ ਗਿਆ ਨਾ, ਫਿਰ ਉਹ ਸਾਰੀ ਉਮਰ ਅੰਦਰ ਹੀ ਰਹੇਗਾ ਵੀ ਮੈਂ ਏਦਾਂ ਕਰ ਸਕਦੀ ਸੀ, ਮੇਰੇ ਤੋਂ ਹੋਇਆ ਨਹੀਂ। ਆਈ ਥਿੰਕ ਉਹ ਜ਼ਿਆਦਾ ਡਿਪਰੈਸ ਹੋਏਗੀ। ਫਿਰ ਡਿਪਰੈਸਿੰਗ ਪਤਾ ਕਦੋਂ ਹੁੰਦਾ ਸੁਖਪ੍ਰੀਤ? ਹਜੇ ਆਪਾਂ ਬਿਜ਼ੀ ਆ, ਸਾਡੇ ਬੱਚੇ ਛੋਟੇ ਨੇ, ਵੀ ਆਰ ਵੈਰੀ ਬਿਜ਼ੀ ਕਿ ਬੱਚਿਆਂ ਨੂੰ ਸਕੂਲ ਭੇਜਣਾ ਆ, ਇਹਦੇ ਪ੍ਰੋਜੈਕਟਸ ਆਏ ਨੇ, ਆਪਣਾ ਪਰਸਨਲ ਕੰਮਸ ਨੇ, ਹਨਾ। ਜਦੋਂ ਬੱਚੇ ਵੱਡੇ ਹੋ ਜਾਣਗੇ ਨਾ, ਜਦੋਂ ਆਪਣੇ ਆਪਣੇ ਕੈਰੀਅਰਸ ਲਈ ਚਲੇ ਜਾਣਗੇ, ਮੁੰਡਾ ਵੀ ਆ, ਉਹਨੇ ਵੀ ਤੁਹਾਡੇ ਨਾਲ ਨਹੀਂ ਰਹਿਣਾ ਹੈਗਾ, ਠੀਕ ਹੈ ਨਾ, ਉਹਨੇ ਵੀ ਚਲ ਜਾਣਾ। ਉਦੋਂ ਫੇਜ਼ ਆਊਗਾ ਜਦੋਂ ਤੁਹਾਨੂੰ ਵੀ ਵਿਲ ਫੀਲ ਗਿਲਟ ਕਿ ਯਾਰ ਉਸ ਟਾਈਮ ਮੈਨੂੰ ਕੁਝ ਕਰਨਾ ਚਾਹੀਦਾ ਸੀ। ਯੂ ਹੈਵ ਸੀਨ ਕਿ ਬਹੁਤ ਐਸੀ ਲੇਡੀਜ਼ ਨੇ ਜਿਹੜੀਆਂ ਹੁਣ ਉਹਨਾਂ ਨੇ ਕੈਰੀਅਰ ਸਟਾਰਟ ਕੀਤਾ। ਇੱਕ देयर इज अ वेरी फेमस ਲੇਡੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਜਿਹਨੇ ਆਪਣਾ ਫੂਡ ਵਾਲਾ ਬਿਜ਼ਨਸ ਸਟਾਰਟ ਕੀਤਾ ਨਾ, YouTube ਤੇ ਵੀਡੀਓਜ਼ ਵਾਲਾ, ਐਂਡ ਸ਼ੀ ਅਰਨਿੰਗ ਵੈਰੀ ਵੈਲ। ਠੀਕ ਹੈ, ਕਿਉਂਕਿ ਉਹ ਟਾਈਮ ਆਂਦਾ ਲੋਨਲੀ ਦਾ। ਮੇਰੀ ਮਮਾ ਵੀ ਇਹ ਚੀਜ਼ ਕਹਿੰਦੇ ਨੇ ਕਿ ਬੱਚੇ ਸਾਰੇ ਆਪਣੇ ਆਪਣੇ ਚਲੇ ਗਏ, ਮੈਨੂੰ ਹੁਣ ਲੋਨਲੀ ਫੀਲ ਹੁੰਦਾ, ਇਸ ਲਈ ਅਸੀਂ ਉਹਨਾਂ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਇਟਸ ਓਕੇ, ਜੋ ਮਰਜ਼ੀ ਤੁਸੀਂ ਕਰੋ। ਐਂਡ ਨਾਓ ਇਜ਼ ਦ ਟਾਈਮ, ਤੁਸੀਂ ਯੰਗ ਹੋ, ਤੁਹਾਡੀ એનર્ਜੀ ਲੈਵਲ ਹੋਰ ਨੇ, 올ਡ ਏਜ 'ਚ ਜਾ ਕੇ ਹੋਰ ਹੋ ਜਾਣਗੇ। ਤੂੰ ਕੰਮ ਨਹੀਂ ਛੱਡਣਾ ਚਾਹੀਦਾ, ਜਿੰਨਾ ਤੁਹਾਡੇ ਤੋਂ ਹੋ ਸਕਦਾ, ਜਿੰਨਾ ਕੀਪ ਇਟ ਵਿਦ ਯੂ। ਬਿਲਕੁਲ, ਕੰਮ ਤਾਂ ਕਦੀ ਖਤਮ ਹੀ ਨਹੀਂ ਹੋਣੇ, ਬੰਦਾ ਖਤਮ ਹੋ ਜਾਣਾ। ਬਿਲਕੁਲ, ਮੈਂ ਤੁਹਾਡੀ ਉਹੀ ਪੁਆਇੰਟ ਆਫ View ਕਰ ਰਿਹਾ ਵੀ ਇਹੀ ਆਪਣਾ ਟਾਈਮ ਹੈ, ਆਪਾਂ ਰੱਜ ਕੇ ਕੰਮ ਕਰ ਸਕਦੇ ਹਾਂ। ਮੈਨੂੰ ਇਹ ਲੱਗਦਾ ਵੀ ਕੈਰੀਅਰ ਹੁਣ ਸੈੱਟ ਕਰ ਲਓ। ਹੁਣ ਦੇਖੋ, ਰੱਬ ਸੁੱਖ ਰੱਖੇ, ਆਉਣ ਵਾਲੇ 5 ਸਾਲਾਂ 10 ਸਾਲਾਂ 'ਚ ਆਪਾਂ ਆਪਣੇ ਆਪ ਨੂੰ ਇੱਕ ਫਾਈਨੈਂਸ਼ੀਅਲੀ ਉਹ ਕਰ ਲਾਂਗੇ, ਸਟੇਬਲ ਕਰ ਲਾਂਗੇ। ਫਿਰ ਆਪਾਂ ਕਹਾਂਗੇ, ਇੱਕ ਪੋਜ਼ਿਟਿਵ ਲੈ ਕੇ ਚਲੋ ਵੀ ਅਰਨਿੰਗ ਆਣੀ ਸ਼ੁਰੂ ਹੋ ਜਾਏਗੀ। ਨਾਲੇ ਉਸ ਉਮਰ 'ਚ ਇੰਨਾ ਕੰਮ ਵੀ ਨਹੀਂ ਹੋਣਾ, ਤੇ ਬੰਦੇ ਕੋਲ ਅਗਰ ਹੱਥ 'ਚ ਪੈਸਾ ਹੋਵੇ, ਇੱਕ ਲੇਡੀ ਕੋਲ ਸਪੈਸ਼ਲੀ, ਤਾਂ ਆਬਵੀਅਸਲੀ ਆਪਣੇ ਬੱਚਿਆਂ ਤੇ ਆਪਣੀ ਫੈਮਿਲੀ ਜੋ ਸਪੈਂਡ ਕਰੇਗੀ ਨਾ, ਉਹ ਬਹੁਤ ਸੋਹਣਾ ਵੀ ਲੱਗਦਾ। ਕੌਨਫੀਡੈਂਸ ਹੀ ਹੋਰ ਹੁੰਦਾ ਹੈ ਨਾ। ਬਿਲਕੁਲ ਯਾਰ, ਉਹ ਕੌਨਫੀਡੈਂਸ ਹੋਰ ਹੁੰਦਾ। ਤੁਸੀਂ ਪਾਪਾ ਦੇ ਪੈਸੇ, ਆਪਾਂ ਪਾਪਾ ਦੇ ਪੈਸੇ ਯੂਜ਼ ਕਰਦੇ ਆ, ਹਸਬੈਂਡਸ ਦੇ ਯੂਜ਼ ਕਰਦੇ ਆ, ਬੇਸ਼ੱਕ ਆਪਾਂ ਕਹਿੰਦੇ ਆ ਕਿ ਸਾਡੇ ਨਹੀਂ, ਬਟ ਨਹੀਂ, ਸਟਿਲ तो ਤੁਸੀਂ ਖੁਦ ਅਰਨ ਕਰਦੇ ਹੋ, ਖੁਦ ਆਪਣੇ ਲਈ ਚੀਜ਼ਾਂ ਲੈਣੇ ਹੋ, ਯੂ ਆਰ ਨਾਟ ਡਿਪੈਂਡੈਂਟ ਔਨ ਐਨੀਵਨ। ਤੁਹਾਨੂੰ ਬਹੁਤ ਅੱਛਾ ਫੀਲ ਹੁੰਦਾ, ਯੂ ਫੀਲ ਕੌਨਫੀਡੈਂਟ ਇਨ ਯੋਰਸੈਲਫ। ਔਰ ਹਰ ਇੱਕ ਨਾਲ ਹੈ, ਆਪਾਂ ਚਲੋ ਆਪਣੀ ਗੱਲ ਕਰੀਏ, ਸਾਰੇ ਜੈਂਟਸ ਵੀ ਜਦੋਂ ਆਪਣੇ ਕਹਿੰਦੇ ਨਾ, ਇੱਕ ਆਪਣੀ ਕਹਿੰਦੇ ਨਾ ਹੈਸੀਅਤ ਤੋਂ ਜ਼ਿਆਦਾ ਕਮਾ ਕੇ ਲਿਆਂਦਾ ਫॉर ਕਿਉਂਕਿ ਉਹਨੇ ਹਾਰਡ ਵਰਕ ਕੀਤਾ, ਤਾਂ ਉਹਦਾ ਵੀ ਉਹ ਕੌਨਫੀਡੈਂਸ ਆਪਣੇ ਘਰ ਤੇ ਉਡਾਣਾ ਜਾਂ ਆਪਣੇ ਘਰ ਬੱਚਿਆਂ ਦੀ ਸਾਰੀ ਖੁਆਇਸ਼ਾਂ ਪੂਰੀਆਂ ਕਰਨੀਆਂ, ਕਿਤੇ ਨਾ ਕਿਤੇ ਵੂਮਨ ਮੈਨੂੰ ਲੱਗਦਾ ਆਪਣੇ ਬੱਚਿਆਂ ਕਰਕੇ ਜ਼ਿਆਦਾ ਕਰਦੇ ਆ ਵੀ, ਹਨਾ, ਮੇਰੇ ਬੱਚਿਆਂ ਦਾ ਕੋਈ ਸੁਪਨਾ ਨਾ ਰਹਿ ਜਾਵੇ। ਆਪਣੇ ਸੁਪਨੇ ਫਿਰ ਵੀ ਉਹ ਕਰ ਦਿੰਦੀ ਹੈ ਸੁਪਰੈਸ। ਐਗਜ਼ੈਕਟਲੀ, ਹਾਂ, ਬਟ ਮੈਨੂੰ ਲੱਗਦਾ ਨਹੀਂ ਕਰਨੇ ਚਾਹੀਦੇ ਸੁਪਰੈਸ। ਨੋ, ਨਾਓ ਇਟਸ ਦ ਟਾਈਮ ਕਿ ਯੂ ਨੀਡ ਟੂ ਲਵ ਯੋਰਸੈਲਫ। ਆਪਣੇ ਲਈ ਵੀ ਜੀਣਾ ਬੜਾ ਜ਼ਰੂਰੀ ਹੈ। ਆਪਾਂ ਦੇਖਿਆ ਆਪਣੀ ਮਦਰਸ ਨੂੰ, ਆਉਣ ਵਾਲੇ ਹੁਣ ਤੱਕ ਦੀ ਜਿੰਨੀ ਜਨਰੇਸ਼ਨ ਸੀਗੀਆਂ, ਉਹ ਸਾਰੀਆਂ ਨੇ ਕੰਪਰੋਮਾਈਜ਼ ਹੀ ਕੀਤੇ, ਕਿਸੇ ਨੂੰ ਕੀ ਮਿਲਿਆ? ਕੁਝ ਨਹੀਂ। ਮੇਰੀ ਮੰਮਾ ਵੀ ਇਹ ਕਹਿੰਦੇ ਨੇ, ਯਾਰ ਸਾਰੇ ਇਦਾਂ ਕਰਦੇ। ਆਬਵੀਅਸਲੀ ਸਾਡੀ ਮਦਰਸ ਵੀ ਉਸ ਸੋਸਾਇਟੀ ਵਿੱਚ ਪੈਦਾ ਹੋਈਆਂ, ਉੱਦਾਂ ਹੀ ਗਰੋਨ ਅਪ ਹੋਈਆਂ ਨੇ, ਬੇਸ਼ੱਕ ਐਜੂਕੇਟਡ ਨੇ, ਬਟ ਸਟਿਲ ਸੋਸਾਇਟੀਕਲ ਪੈਟਰਨਸ ਜਿਹੜੇ ਨੇ ਨਾ, ਉਹ ਕੋਈ ਬ੍ਰੇਕ ਨਹੀਂ ਕਰਨਾ ਚਾਹੁੰਦਾ। ਮੈਮ, ਮੈਨੂੰ ਲੱਗਦਾ ਜੋ ਤੁਸੀਂ ਗੱਲਾਂ ਸਾਰੀ ਕਰ ਰਹੇ ਹੋ ਨਾ, ਇਹੀ ਐਕਚੁਅਲੀ ਅਸਲ 'ਚ ਵੂਮਨ ਐਮਪਾਵਰਮੈਂਟ ਹੈ। ਮੈਨੂੰ ਲੱਗਦਾ ਜੋ ਮੇਰਾ ਵੀ ਵਾਕਈ ਠੀਕ ਹੈ, ਕੰਪਰੋਮਾਈਜ਼ਸ ਕੌਣ ਨਹੀਂ ਕਰਦਾ, ਬਟ ਇੱਕ ਵੂਮਨ ਨੂੰ ਕਰਨੇ ਪੈਂਦੇ ਆ ਨਾ, ਤਾਂ ਆਈ ਥਿੰਕ ਇਹੀ ਅਸਲੀ ਉਹਦੀ ਪਹਿਚਾਨ ਹੈ ਜੀ, ਜਿਹੜੀ ਆਪਣੀ ਫੈਮਿਲੀ ਨੂੰ ਸੰਭਾਲ ਗਈ, ਜਿਹੜੇ ਆਪਣੇ ਇਨ-ਲॉज ਸੈਟਲ ਹੋ ਗਈ, ਆਪਣੇ ਬੱਚਿਆਂ ਨੂੰ ਸੰਭਾਲ ਲਿਆ, ਹਸਬੈਂਡ ਨੂੰ ਸੰਭਾਲ ਲਿਆ, ਆਪਣੀ ਵਰਕਿੰਗ ਨੂੰ, ਆਪਣੇ ਤੇ ਘਰ ਦੇ ਕੰਮਾਂ ਨੂੰ ਜਿੰਨੇ ਮੈਨੇਜ ਕਰ ਲਿਆ। ਆਈ ਥਿੰਕ ਦਿਸ ਇਜ਼ ਦ ਟਰੂ ਵੂਮਨ ਐਮਪਾਵਰਮੈਂਟ। ਗੱਲ ਤਾਂ ਇਹਦੀ ਹੋਣੀ ਚਾਹੀਦੀ ਹੈ, ਨਾ ਕਿ ਇਹਦੀ ਕਿ ਬੰਦਿਆਂ ਨੂੰ ਆ ਇਕੁਆਲਿਟੀ ਹੋ ਰਹੀ ਹੈ ਜੀ, ਲੇਡੀਜ਼ ਨੂੰ ਆ ਨਹੀਂ ਹੋ ਰਿਹਾ। ਉਹ ਤਾਂ ਸਾਡੇ ਹੱਥ 'ਚ ਹੈ ਨਾ, ਉਹ ਤਾਂ ਸਾਡੀ ਫੈਮਿਲੀ। ਅਗਰ ਦੇਖੋ, ਮੇਰੇ ਹਸਬੈਂਡ ਨਹੀਂ ਅਲਾਉ ਕਰ ਰਹੇ ਵੀ ਤੁਸੀਂ ਇਕੱਲੇ ਫਿਲਮ ਨਹੀਂ ਦੇਖਣ ਜਾਣਾ ਫੈਮਿਲੀ ਨਾਲ, ਸੌਰੀ ਫਰੈਂਡਸ ਨਾਲ, ਜੇ ਮੈਂ ਚਲੀ ਗਈ ਉਹ ਗਲਤ ਆ ਨਾ, ਫਿਰ ਮੈਂ ਗਲਤ ਆ। ਅਗਰ ਮੇਰੇ ਹਸਬੈਂਡ ਨੇ ਮਨਾ ਕਰਤਾ, ਮੈਨੂੰ ਨਹੀਂ ਜਾਣਾ ਚਾਹੀਦਾ। ਇੱਕ ਵਾਰੀ ਆਪਾਂ ਕਹਾਂ ਕਿਉਂ, ਫਿਰ ਮੈਨੂੰ ਸਮਝਣਾ ਚਾਹੀਦਾ। ਆਈ ਥਿੰਕ ਆਈ ਨੀਡ ਟੂ ਐਡਜਸਟ ਕਿ ਮੇਰੇ ਹਸਬੈਂਡ ਏਦਾਂ ਦੇ ਨੇ ਤੇ ਮੈਂ ਏਦਾਂ ਨਹੀਂ ਕਰ ਸਕਦੀ। This is the true empowerment. ਦੋਨਾਂ ਨੂੰ ਸਮਝਣਾ ਚਾਹੀਦਾ, ਆਈ ਥਿੰਕ। ਅਰੇ ਉਹ ਮੈਂ ਕਹਿ ਰਹੀ ਹਾਂ ਨਾ, ਉਹ ਤਾਂ ਹੈ, ਉਹ ਤੁਸੀਂ ਆਪਾਂ ਇਹ ਕਹਾਂਗੇ ਹੁਣ ਸੁਪਨੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਵੀ ਫਿਲਮ ਦੇਖਣ ਦੀ। ਦੋਨਾਂ ਨੂੰ ਸਮਝਣਾ ਚਾਹੀਦਾ ਇਸ ਚੀਜ਼। ਠੀਕ ਹੈ, ਮੈਨੂੰ ਲੱਗਦਾ ਮੈਂ ਕੰਪਰੋਮਾਈਜ਼ ਕਰ ਲੂੰ, ਕੰਪਰੋਮਾਈਜ਼ ਨਹੀਂ ਕਰੂੰਗੀ, ਮੈਂ ਸਮਝ ਜੂੰਗੀ ਕਿ ਅਗਰ ਉਹ ਤਾਂ ਇੱਕ ਦੂਸਰੇ ਦੇ ਬਿਹੇਵੀਅਰ ਨੂੰ ਸਮਝਣਾ, ਕਿਤੇ ਹਸਬੈਂਡਸ ਕੰਪਰੋਮਾਈਜ਼ ਕਰਦੇ, ਕਿਤੇ ਵਾਈਫਸ ਕਰਦੀਆਂ ਨੇ, ਤਾਂ ਹੀ ਇਟ ਇਜ਼ ਅਬਾਊਟ ਬੈਲੈਂਸਿੰਗ, ਐਜ਼ ਵੀ ਸੇ, ਕਿ ਤਾਂ ਹੀ ਘਰ ਚੱਲਦੇ ਨੇ, ਠੀਕ ਹੈ ਨਾ, ਤਾਂ ਹੀ ਦਿਸ ਯੂਨੀਵਰਸ ਇਜ਼ ਗੋਇੰਗ ਔਨ, ਹੈ ਨਾ, ਬਿਲਕੁਲ, ਹਾਊ ਇਟਸ ਗੋਇੰਗ ਔਨ ਐਂਡ ਚੱਲਦਾ ਆ ਰਿਹਾ। ਸਾਡੇ ਪੈਰੈਂਟਸ ਨੇ ਵੀ ਕੀਤਾ। ਆਈ ਜਸਟ ਵਾਂਟ ਟੂ ਸੇ ਕਿ ਠੀਕ ਹੈ, ਕੰਪਰੋਮਾਈਜ਼ਸ ਆਬਵੀਅਸਲੀ ਬੈਲੈਂਸ, ਕੋਈ ਵੀ ਪਰਫੈਕਟ ਨਹੀਂ ਹੈ ਸੁਪ੍ਰੀਤ। ਆਪਾਂ ਆਪਣੇ ਘਰ 'ਚ ਵੀ ਕੰਪਰੋਮਾਈਜ਼ ਕਰਦੇ ਹਾਂ, ਵੈਦਰ ਸਾਡੇ ਪੈਰੈਂਟਸ ਨੇ, ਸਾਡੇ ਸਿਬਲਿੰਗਸ ਨੇ, ਅਸੀਂ ਲੜਦੇ ਹਾਂ ਨਾ ਉਹਨਾਂ ਨਾਲ, ਬਟ ਐਟ ਦ ਐਂਡ ਵੀ ਸੇ ਕਿ ਯਾਰ ਸਾਡੀ ਫੈਮਿਲੀ ਹੈ। ਸੇਮ ਵੇ, ਚਾਹੇ ਇਨ-ਲॉज ਨੇ ਜਾਂ ਜਿਹੜੇ ਵੀ ਜਿੱਥੇ ਵੀ ਤੁਸੀਂ ਸਿਚੁਏਸ਼ਨ 'ਚ ਹੋ, ਤੁਸੀਂ ਸਮਝਣਾ ਕਿ ਠੀਕ ਹੈ ਯਾਰ, ਮੇਰੇ ਕੰਟਰਾਡਿਕਟ ਮੇਰੀ ਫੈਮਿਲੀ ਨਾਲ ਵੀ ਹੁੰਦੇ ਆ, ਆਈ ਨੀਡ ਟੂ ਐਡਜਸਟ। ਤਾਂ ਸਾਰਿਆਂ ਨੂੰ ਕਰਨਾ ਪੈਂਦਾ, देयर इज नो इशू। ਆਈ ਜਸਟ ਵਾਂਟ ਟੂ ਸੇ ਕਿ ਉਸ ਚੀਜ਼ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਨਾ ਭੁੱਲੋ,
ਠੀਕ ਹੈ ਨਾ, ਯੂ ਨੀਡ ਟੂ ਫਾਈਂਡ ਯੋਰ ਹੈਪੀਨੈਸ ਐਜ਼ ਵੈਲ। ਸਿਰਫ ਕੰਪਰੋਮਾਈਜ਼ਸ ਦਾ ਨਹੀਂ ਹੈਗਾ, ਉਹ ਸੀਗਾ ਠੀਕ ਹੈ, ਲੇਕਿਨ ਆਈ ਥਿੰਕ ਨਾਓ ਇਜ਼ ਦ ਟਾਈਮ ਕਿ ਥੋੜਾ ਆਪਣੇ ਬਾਰੇ ਬੰਦੇ ਨੂੰ ਸੋਚਣਾ ਜ਼ਰੂਰੀ ਹੈ। ਐਟ ਦੈਨ ਬਾਅਦ ਚੋਂ ਬੱਚੇ ਪਤਾ ਕੀ ਕਹਿੰਦੇ, ਤੁਸੀਂ ਸਾਡੇ ਲਈ ਕੀ ਕੀਤਾ। we used to listen this, ਅਸੀਂ ਆਪਾਂ ਆਪਣੇ ਮਾਂ ਬਾਪਾ ਨੂੰ ਬਹੁਤ ਵਾਰੀ ਕਿਹਾ, ਔਰ ਉਹ ਸੋਚਦੇ ਕਿ ਸਾਰੀ ਉਮਰ ਅਸੀਂ ਲਾਤੀ ਬੱਚਿਆਂ ਤੇ, ਔਰ ਸਾਡੇ ਬੱਚੇ ਸਾਨੂੰ ਹੁਣ ਇਹ ਪੁੱਛ ਰਹੇ ਆ, ਲਾਈਕ ਹੈ ਨਾ, ਪੁੱਛਦੇ ਆ ਨਾ। ਮੈਨੂੰ ਲੱਗਦਾ ਨਾਓ ਇਜ਼ ਦ ਟਾਈਮ ਟੂ ਬ੍ਰੇਕ ਦੈਟ ਪੈਟਰਨ, ਕਿ ਠੀਕ ਹੈ ਬੱਚਿਆਂ ਲਈ ਆਪਾਂ ਸਾਰਾ ਕੁਝ ਕਰਦੇ ਹਾਂ, ਆਬਵੀਅਸਲੀ ਸਾਰਾ ਕੁਝ ਕਰਦੇ ਹਾਂ, ਥੋੜਾ ਟਾਈਮ ਆਪਾਂ ਆਪਣੇ ਲਈ ਵੀ ਕੱਢੀਏ। ਇਹ ਟਾਈਮ ਦੁਬਾਰਾ ਨਹੀਂ ਆਣਾ, ਇਹ ਜਵਾਨੀ ਦੁਬਾਰਾ ਨਹੀਂ ਆਣੀ। ਉਦੋਂ ਫਿਰ ਆਪਾਂ, ਕਿਉਂਕਿ ਮੈਂ ਕਈ ਵਾਰ ਹੁੰਦਾ ਨਾ, ਆਪਾਂ ਸੋਚਦੇ ਆ ਯਾਰ, ਦੇਖ ਲਿਆ YouTube ਤੇ ਯਾਰ ਸਕਿਨ ਕੇਅਰ ਹੁੰਦਾ ਹੈ, ਏਦਾਂ ਤਿਆਰ ਹੋਣਾ, ਬਟ ਆਪਣੇ ਕੋਲ ਟਾਈਮ ਨਹੀਂ ਹੁੰਦਾ ਇਹ ਚੀਜ਼ਾਂ ਲਈ। ਹਾਂ, ਫਿਰ ਆਪਾਂ ਉਦੋਂ ਸੋਚੋ 40 ਸਾਲ ਦੇ ਹੋ ਗਏ, ਫਿਰ ਤਾਂ ਰਿੰਕਲਸ ਆ ਗਏ ਹੋਣੇ, ਤੇ ਫਿਰ ਤਾਂ ਸਕਿਨ ਕੇਅਰ ਵੀ ਨਹੀਂ ਹੋਣੀ। ਔਰ ਉਹਦੇ ਜਾ ਕੇ ਆਪਾਂ, ਮੈਂ ਜਿਵੇਂ ਆਪਾਂ ਦੇਖਦੇ ਆ, I have see so many videos or read so many articles on it, कि उस एज से आके, ओल्ड एज से आके लोग बहुत डिप्रेस्ड हो जाते हैं, बिकॉज दे डोंट हैव एनीथिंग टू डू। ਉਹਨਾਂ ਨੇ ਸਾਰੀ ਉਮਰ ਆਪਣੇ ਬੱਚਿਆਂ ਲਈ ਕੱਢਤੀ, ਕੰਮ ਲਈ ਕੱਢਤੀ, ਦਿਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਨੇ ਆਪਣੇ ਵੀ ਕੁਝ ਕਰਨਾ ਸੀ, ਜਾਂ ਕੁਝ ਇਦਾਂ ਦਾ ਕਰਨਾ ਸੀ ਕਿ ਉਹ ਜਾ ਕੇ ਉਹਨੂੰ ਥੋੜਾ ਐਂਟਰਟੇਨਮੈਂਟ ਹੋ ਜਾਏ, ਥੋੜੀ ਡਿਪਰੈਸਡ ਘੱਟ ਹੋ ਜਾਣ। ਲੇਕਿਨ ਹੁਣ ਉਹ ਡਿਪਰੈਸਡ ਨੇ, ਨਾਓ ਦੇ ਥਿੰਕਿੰਗ ਕਿ ਮੈਂ ਕੀ ਕਰਾਂ। ਮੈਮ ਮਤਲਬ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾ, ਬੜੀ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ। ਮਤਲਬ ਮੈਨੂੰ ਇਦਾਂ ਲੱਗਦਾ ਵੀ ਕਈ ਜਗ੍ਹਾ ਤੇ ਮੈਨੂੰ ਵੀ ਲੱਗਿਆ ਵੀ ਹਾਂ ਇਹ ਚੀਜ਼ ਅਪਣਾਉਣੀ ਚਾਹੀਦੀ ਹੈ ਲਾਈਫ ਦੇ ਵਿੱਚ। ਜਿਵੇਂ ਤੁਸੀਂ ਕਿਹਾ ਟਾਈਮ ਦਿਓ ਆਪਣੇ ਆਪ ਨੂੰ, ਰਿਸਪੌਂਸਿਬਿਲਿਟੀਜ਼ ਓਬਵੀਅਸਲੀ ਇੰਪੋਰਟੈਂਟ ਨੇ। ਵਰਕਿੰਗ, ਜਿਵੇਂ ਆਪਾਂ ਕਈ ਲੇਡੀਜ਼ ਦਾ ਇਹ ਵੀ ਮੈਸੇਜ ਆਏਗਾ ਵੀ ਜਿਹੜੀਆਂ ਫ੍ਰੀ ਬੈਠੀ ਨੇ ਇਸ ਟਾਈਮ ਘਰ ਦੇ ਵਿੱਚ, ਨਾਟ ਫ੍ਰੀ ਬਟ ਦੇ ਵਾਂਟ ਟੂ ਡੂ ਸਮਥਿੰਗ। ਉਹਨਾਂ ਨੂੰ ਲੱਗਦਾ ਵੀ ਹਾਂ ਪਹਿਚਾਨ ਬਣਾਉਣ ਦਾ ਟਾਈਮ ਹੈ ਹਜੇ ਵੀ, ਉਹਨਾਂ ਦੇ ਅੰਦਰ ਸਕਿੱਲ ਹੁੰਦੀ ਹੈ, ਪਾਵਰ ਹੁੰਦੀ ਹੈ ਕੁਝ ਨਾ ਕੁਝ ਕਰਨ ਦੀ, ਬਟ ਸਮਟਾਈਮਸ ਉਹ ਘਰ ਦੇ ਕੰਮਾਂ ਕਾਰਾਂ ਕਰਕੇ ਜਾਂ ਕੁਝ ਗੱਲਾਂ ਕਰਕੇ ਪਿੱਛੇ ਰਹਿ ਜਾਂਦੇ। ਸ਼ਾਇਦ ਇਸ ਪੋਡਕਾਸਟ ਤੋਂ ਬਾਅਦ ਬਹੁਤ ਸਾਰੀ ਗੱਲਾਂ ਉਹਨਾਂ ਤੱਕ ਪਹੁੰਚਣਗੀਆਂ। ਆਈ ਹੋਪ ਸੋ। ਤੇ ਲਾਸਟ ਮੇਰਾ ਇਹ ਹੋਏਗਾ ਤੁਹਾਨੂੰ ਵੀ, ਤੁਹਾਡੇ ਅੰਦਰ ਇਨਸਪੀਰੇਸ਼ਨ ਕਿੱਥੋਂ ਆਈ? ਸੋ ਪੋਜ਼ਿਟਿਵ ਵਾਈਬਸ ਯੂ ਹੈਵ, ਤੇ ਕਿੱਥੋਂ ਆਈ ਹੈ ਇਨਸਪੀਰੇਸ਼ਨ ਤੁਹਾਡੀ? ਮੇਰੇ ਪੈਰੈਂਟਸ ਹਮੇਸ਼ਾ ਮੈਨੂੰ ਇਨਸਪਾਇਰ ਕਰਦੇ ਨੇ। ਸਾਡੇ ਹਮੇਸ਼ਾ ਮਾਹੌਲ ਹੀ ਇਦਾਂ ਦਾ ਰਿਹਾ ਕਿ ਪੈਰੈਂਟਸ ਆਰ ਵੈਰੀ ਲਿਬਰਲ, ਦੇ ਅੰਡਰਸਟੈਂਡ ਅਸ, ਦੇ ਦੇ ਵਾਂਟ ਟੂ ਨੋ ਕਿ ਅਸੀਂ ਕੀ ਚਾਹੁੰਦੇ ਆ, ਹਨਾ। ਹਮੇਸ਼ਾ ਉਹਨਾਂ ਨੇ ਸਾਨੂੰ ਇਨਸਪਾਇਰ ਕੀਤਾ, ਔਰ ਹਮੇਸ਼ਾ ਇਹ ਸਿਖਾਇਆ ਟੂ ਬੀ ਕਾਈਂਡ, ਟੂ ਬੀ ਓਨੈਸਟ। ਮਤਲਬ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਤੁਸੀਂ ਇਹ ਨਹੀਂ ਦੇਖਣਾ ਕਿ ਕੋਈ ਤੁਹਾਡੇ ਨਾਲ ਗਲਤ ਕਰ ਰਿਹਾ, ਤੁਸੀਂ ਇਹ ਦੇਖਣਾ ਕਿ ਤੁਸੀਂ ਸਹੀ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਤਾਂ ਸਮਟਾਈਮ ਸਾਨੂੰ ਲੱਗਦਾ ਸੀ ਕਿ ਏਦਾਂ ਕਿਉਂ, ਹਨਾ, ਕੋਈ ਸਾਡੇ ਨਾਲ ਗਲਤ ਕਰੇ ਸਾਨੂੰ ਵੀ ਕਰਨਾ ਚਾਹੀਦਾ। ਪਰ ਮਮਾ ਪਾਪਾ ਸੇ ਨੋ, ਕਿ ਉਹ ਉਹਨਾਂ ਦੇ ਕਰਮ ਨੇ, ਜੇ ਉਹ ਤੁਹਾਡੇ ਨਾਲ ਗਲਤ ਕਰ ਰਹੇ ਨੇ, ਉਹਨਾਂ ਨੇ ਉਸ ਚੀਜ਼ ਦਾ ਆਨਸਰ ਦੇਣਾ ਹੈ, ਠੀਕ ਹੈ ਨਾ। ਤੁਸੀਂ ਸਹੀ ਕਰੋ, ਤੁਸੀਂ ਗਲਤ ਨਹੀਂ ਕਰਨਾ ਕਿਸੇ ਦੇ ਨਾਲ। ਐਂਡ ਮੋਸਟਲੀ ਮਾਈ ਮਦਰ, ਠੀਕ ਹੈ, ਸ਼ੀ ਵਾਜ਼ ਅ ਟੀਚਰ, ਹੈ ਨਾ, ਯੂ ਨੋ ਵੈਰੀ ਵੈਲ। ਤੋ ਮੈਂ ਆਬਵੀਅਸਲੀ ਹਮੇਸ਼ਾ ਮੈਨੂੰ ਕਹਿੰਦੇ ਸੀ ਕਿ ਤੂੰ ਕਿਵੇਂ ਬੈਠੀ ਹੈ, ਡੂ ਸਮਥਿੰਗ, ਮੈਨੂੰ ਲੱਗਦਾ ਸੀ ਮਮਾ ਮੈਂ ਮੈਨੇਜ ਨਹੀਂ ਕਰ ਪਾਉਂਗੀ। ਮਮਾ ਕਹਿੰਦੇ ਕਿਵੇਂ ਨਹੀਂ ਮੈਨੇਜ ਕਰ ਪਾਏਂਗੀ ਤੂੰ, ਠੀਕ ਹੈ ਨਾ, ਐਟਲੀਸਟ ਟਰਾਈ। ਮਤਲਬ ਤੂੰ ਬਿਨਾਂ ਟਰਾਈ ਕਰੇ ਕਿੱਦਾਂ ਕਹਿ ਸਕਦੀ ਕਿ ਤੂੰ ਮੈਨੇਜ ਨਹੀਂ ਕਰ ਪਾਏਂਗੀ ਇਸ ਚੀਜ਼ ਨੂੰ, ਹੈ ਨਾ। ਆਬਵੀਅਸਲੀ ਮੈਨੂੰ ਲੱਗਦਾ ਕਿ ਬਿਨਾਂ ਕੁਝ ਕੀਤੇ ਆਪਾਂ ਸੋਚ ਲਿਆ ਕਿ ਯਾਰ ਏਦਾਂ ਹੋ ਸਕਦਾ, ਮਤਲਬ ਅਜ਼ੰਪਸ਼ਨਸ ਲਗਾ ਲੀਆਂ, ਬਟ ਐਟਲੀਸਟ ਟਰਾਈ। ਨਹੀਂ ਹੋਊਗਾ ਠੀਕ ਹੈ, ਇਟਸ ਓਕੇ, ਬੈਠ ਗਏ ਜੇ ਆਪਾਂ ਨੂੰ, ਵੀ ਹੈਵ ਲਰਨ ਸਮਥਿੰਗ। ਅਗਰ ਹੋ ਗਿਆ ਤਾਂ ਇਟ ਇਜ਼ ਵੈਲ ਐਂਡ ਗੁੱਡ ਨਾ। ਬਿਲਕੁਲ। ਤੋ ਮਤਲਬ ਜਦੋਂ ਵੀ ਮੈਂ ਦੇਖਦੀ ਹਾਂ, whenever I want to give up, ਮੈਨੂੰ ਲੱਗਦਾ ਕਿ ਮੈਂ ਥੱਕ ਗਈ, ਡਿਪਰੈਸਿੰਗ ਹੈ, ਜਾਂ whenever any negative point come, I thought about my mother, ਕਿ ਉਹਨਾਂ ਨੇ ਟੀਚਿੰਗ ਮੈਨੇਜ ਕੀਤੀ, ਆਪਣੇ ਅਸੀਂ ਤਿੰਨ ਭੈਣ ਭਰਾ, ਉਹਨਾਂ ਨੂੰ ਮੈਨੇਜ ਕੀਤਾ, ਦੈਨ ਫੈਮਿਲੀ ਸੀ, ਹਨਾ। ਤੇ ਮੈਨੂੰ ਲੱਗਦਾ ਕਿ ਬੀਇੰਗ ਵੂਮਨ, ਤੁਹਾਨੂੰ ਲੋੜ ਨਹੀਂ ਕਿਸੇ ਮੋਟੀਵੇਸ਼ਨਲ ਸਪੀਕਰ ਦੀ। ਤੁਸੀਂ ਵੀ ਹੋ, ਹਨਾ, ਜਿਹੜੀ ਵੀ ਲੇਡੀ ਹੈ, ਆਪਾਂ ਜਦੋਂ ਡਿਪਰੈਸਡ ਹੁੰਦੇ ਆ, ਆਪਾਂ ਲੱਭਦੇ ਹਾਂ ਕਿ ਸਾਨੂੰ ਕੋਈ ਮੋਟੀਵੇਟ ਕਰੇ, ਕੋਈ ਸਾਡੀ ਗੱਲ ਸੁਣੇ। ਆਪਾਂ ਰੀਲਾਂ ਦੇਖਦੇ ਆ, ਮੋਟੀਵੇਸ਼ਨਲ ਸਪੀਕਰਸ ਦੇਖਦੇ ਆ। ਮੈਨੂੰ ਨਹੀਂ ਲੋੜ, ਕਿਸੇ ਨੂੰ ਵੀ ਲੋੜ ਆ ਉਸ ਚੀਜ਼ ਦੀ। ਜੋ ਤੁਸੀਂ ਬੈਠੋਗੇ, ਰੈਕੋਗਨਾਈਜ਼ ਕਰੋਗੇ ਆਪਣੇ ਪੈਰੈਂਟਸ ਨੂੰ, ਆਪਣੀ ਮਦਰਸ ਨੂੰ, ਕਿ ਉਹਨਾਂ ਨੇ ਕਿੱਦਾਂ ਮੈਨੇਜ ਕੀਤਾ, ਯੂ ਡੋਂਟ ਨੀਡ ਐਨੀਵਨ। ਤੁਸੀਂ ਉਹਨਾਂ ਨੂੰ ਦੇਖ ਕੇ ਇੰਸਪਾਇਰ ਹੋਵੋਗੇ। ਬੇਸ਼ੱਕ ਆਪਾਂ ਯੰਗ ਏਜ 'ਚ ਜਦੋਂ ਆਪਾਂ ਹੁੰਨੇ ਆ ਨਾ, ਆਪਾਂ ਨਹੀਂ ਰੈਕੋਗਨਾਈਜ਼ ਕਰਦੇ ਸੁਪ੍ਰੀਤ, ਹੈ ਨਾ, ਕਿ ਸਾਨੂੰ ਨਹੀਂ ਪਤਾ ਰੋਟੀ ਕਿੱਦਾਂ ਬਣ ਕੇ ਆਈ ਹੈ, ਜਾਂ ਘਰ ਦੇ ਕੰਮ ਕਿੱਦਾਂ ਹੋ ਰਹੇ ਨੇ, ਜਾਂ ਪਾਪਾ ਕਿੱਦਾਂ ਮੈਨੇਜ ਕਰਦੇ ਨੇ। ਪਰ ਜਦੋਂ ਹੁਣ ਆਪਾਂ ਮੈਰਿਡ, ਬੀਇੰਗ ਅ ਮੈਰਿਡ, ਸਾਨੂੰ ਪਤਾ ਲੱਗ ਰਿਹਾ ਕਿ ਇਹ ਚੀਜ਼ਾਂ ਕਿੱਦਾਂ ਹੋ ਰਹੀਆਂ ਸੀ, ਕਿ ਸਾਡੇ ਪੈਰੈਂਟਸ ਕਿੱਦਾਂ ਮੈਨੇਜ ਕਰ ਰਹੇ ਸੀ। ਤਾਂ ਲੇਡੀ ਜਿਹੜੀ ਵੀ ਵੂਮਨ ਘਰੇ ਆ, ਉਹਨੂੰ ਮੈਨੂੰ ਨਹੀਂ ਲੱਗਦਾ ਕਿਸੇ ਇੰਸਪੀਰੇਸ਼ਨ ਦੀ ਲੋੜ ਹੈ। ਸ਼ੀ ਜਸਟ ਨੀਡ ਟੂ ਰੈਕੋਗਨਾਈਜ਼ ਕਿ ਹਾਊ ਹਰ ਮਦਰ ਵਾਸ ਡੂਇੰਗ, ਉਹਨਾਂ ਦੀ ਪੈਰੈਂਟਸ ਨੇ ਕਿੱਦਾਂ ਕੀਤਾ। ਤੁਸੀਂ ਆਪਣੇ ਅਰਾਊਂਡ ਵੀ ਦੇਖੋਗੇ ਨਾ, ਤੁਹਾਨੂੰ ਬਹੁਤ ਸਾਰੇ ਏਦਾਂ ਦੇ ਲੋਕ ਮਿਲਣਗੇ ਜਿਹੜੇ ਤੁਹਾਨੂੰ ਇੰਸਪਾਇਰ ਕਰਨਗੇ। ਤੁਸੀਂ ਇੱਥੋਂ ਜਾ ਕੇ ਮਾੜਾ ਰੋਡ ਤੇ ਵੀ ਜਾ ਕੇ ਆਓਗੇ ਨਾ, ਆਸੇ-ਪਾਸੇ ਬੈਠੇ ਨਾ ਲੋਕ ਨੀਚੇ, ਉਹਨਾਂ ਦੀ ਲਾਈਫ ਇੰਨੀ ਵਰਸਟ ਕਿਉਂ ਆ, ਤੁਹਾਡੀ ਬੈਟਰ ਕਿਉਂ ਆ। ਮੈਨੂੰ ਲੱਗਦਾ ਇਹ ਆਪਣੇ ਆਪ 'ਚ ਇੱਕ ਇੰਸਪੀਰੇਸ਼ਨ ਹੈ ਕਿ ਯੂ ਹੈਵ ਅ ਹੈਲਦੀ ਬੋਡੀ, ਯੂ ਹੈਵ ਫੂਡ ਟੂ ਈਟ, we have mind to use, ਹਾਂ, ਯੂ ਹੈਵ ਦਾ ਗੁੱਡ ਮਾਈਂਡ ਟੂ ਯੂਜ਼। ਇਹ ਇੰਸਪੀਰੇਸ਼ਨ ਹੀ ਹੈ ਨਾ। ਬਸ ਯੂ ਓਨਲੀ ਨੀਡ ਟੂ ਰੈਕੋਗਨਾਈਜ਼ ਕਿ ਯਾਰ ਸਾਡੇ ਕੋਲ ਸਾਰਾ ਕੁਝ ਹੈ, ਸਾਰੇ ਰਿਸੋਰਸਿਸ ਨੇ। ਉਹ ਵੀ ਲੋਕ ਨੇ ਜਿਨ੍ਹਾਂ ਕੋਲ ਰਿਸੋਰਸਿਸ ਵੀ ਨੇ, ਐਂਡ ਨਾਓ ਰਿਸੋਰਸਿਸ ਆਰ ਫ੍ਰੀ ਐਜ਼ ਵੈਲ, ਹੈ ਨਾ। ਲਰਨਿੰਗ ਇਜ਼ ਵੈਰੀ ਫ੍ਰੀ।
ਇੰਸਪੀਰੇਸ਼ਨ ਤੁਹਾਡੇ ਕੋਲ ਹੈ, what else you want? ਬਿਲਕੁਲ But ਬਾਕੀ it's a personal choice. They just need to recognize their parents. They just need to look around ਕਿ ਕਿੱਥੇ ਕਿਹੜੀ ਚੀਜ਼ ਉਹਨਾਂ ਨਾਲੋਂ better ਹੈ, ਉਹ ਤੁਹਾਨੂੰ ਆਪਣੇ ਆਪ ਹੀ ਮੋਟੀਵੇਟ ਕਰੇਗੀ। ਔਰ ਬਾਈ ਦਾ ਟਾਈਮ ਜਦੋਂ ਤੁਸੀਂ ਜਾਣਦੇ ਹੋ, ਅੱਗੇ ਅੱਗੇ ਲਾਈਫ 'ਚ ਵੱਧਦੇ ਜਾਂਦੇ ਹੋ, ਤੁਹਾਨੂੰ ਇਦਾਂ ਦੇ ਲੋਕ ਮਿਲਦੇ ਆ ਜਿਹੜੇ ਤੁਹਾਨੂੰ ਕੁਝ ਸਿਖਾ ਕੇ ਜਾਂਦੇ ਆ, ਲਾਈਫ ਲੈਸਨਸ ਦੇ ਕੇ ਜਾਂਦੇ ਆ। ਠੀਕ, ਉਸ ਤੋਂ ਕੋਈ ਏਦਾਂ ਦੇ ਵੀ ਹੁੰਦੇ ਜਿਹੜੇ ਤੁਹਾਨੂੰ ਇਨਸਪਾਇਰ ਕਰਦੇ ਆ, ਐਂਡ ਯੂ ਵਿਲ ਫਾਈਂਡ ਯੂਰ ਵੇ। ਪ੍ਰੋਪਰ ਵੂਮਨ ਐਮਪਾਵਰਮੈਂਟ ਤੇ ਜਿਸ ਤੇ ਸ਼ਾਇਦ ਕਈਆਂ ਨੂੰ ਇਹ ਲੱਗੇਗਾ ਵੀ ਅਸੀਂ ਬਸ ਲੇਡੀਜ਼ ਨੂੰ ਉਹ ਕਰਨਾ ਚਾਹੁੰਦੇ ਹਾਂ ਹਨਾ, ਵੀ ਆਪਣੇ ਹੱਕ ਦੀ ਲੜਾਈ ਲੜੋ। ਨਹੀਂ, ਇੱਥੇ ਲੜਾਈ ਲੜਨ ਦੀ ਗੱਲ ਨਹੀਂ ਹੈ, ਇੱਥੇ ਆਪਾਂ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ, ਬੈਲੈਂਸ ਦੀ ਗੱਲ ਹੈ, ਬੈਲੈਂਸ ਦੀ ਕਰ ਰਹੇ ਹਾਂ। ਜੀ। ਸਗੋਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਆਪਣੇ ਆਪ ਨੂੰ ਭੁੱਲੋ ਨਾ, ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਪਣੀ ਪਰਸਨੈਲਿਟੀ ਨੂੰ ਔਰ ਇਨਹੈਂਸ ਕਰੋ। ਹਾਂ, ਆਪਾਂ ਤਾਂ ਇਹੀ ਗੱਲ ਕਰਨਾ ਚਾਹੁੰਦੇ ਹਾਂ। ਮੈਂ ਉਹੀ ਕਹਿਣਾ ਚਾਹਨੀ ਆ, we talk about male ego. It's a very common word. No one talk about women ego as well. ਅਸੀਂ ਕਿਸੇ ਨੂੰ point out ਨਹੀਂ ਕਰਦੇ, but still ਜੇ ਮੇਲ ਈਗੋ ਤੇ ਵਿਮਨ ਈਗੋ ਵੀ ਹੈਗੀਆਂ। ਕਈ ਲੇਡੀਜ਼ ਇਦਾਂ ਨੇ ਜਿਹੜੀਆਂ ਆਪਣੀ ਫਰੀडम ਦਾ ਜਾਂ ਆਪਣੀ ਡਿਊਟੀਜ਼ ਦਾ ਗਲਤ ਯੂਜ਼ ਕਰਦੇ ਨੇ। ਆਬਵੀਅਸਲੀ ਉਹਨਾਂ ਦੀ ਜਿਹੜੇ ਐਕਸ਼ਨਸ ਨੇ ਉਹ ਬਾਕੀਆਂ ਤੇ ਇਫੈਕਟ ਕਰਦੇ ਨੇ। ਯੈਸ, ਸੋ ਇਟ ਇਜ਼ ਯੂ ਕੈਨ ਸੇ ਕਿ ਮੇਰੀ ਲਾਈਫ ਹੈ, ਮੈਂ ਜੋ ਮਰਜ਼ੀ ਕਰਾਂ। ਨੋ, ਇਟਸ ਨਾਟ। ਜਦੋਂ ਇੱਕ ਬੰਦਾ ਕੁਝ ਕਰਦਾ ਨਾ, ਬਾਕੀਆਂ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਪੈਰੈਂਟਸ ਨਹੀਂ ਕਹਿੰਦੇ ਕਿ ਆਬਵੀਅਸਲੀ ਵੀ ਹੈਵ ਡਿਸਕਸ, ਕੋਈ ਨਹੀਂ ਕਹਿੰਦਾ। ਲੇਕਿਨ ਜਦੋਂ ਇੱਕ ਵੂਮਨ ਗਲਤ ਕਰਦੀ ਹੈ ਨਾ, ਉਹ ਬਾਕੀ ਸਾਰਿਆਂ ਲਈ ਦਰਵਾਜ਼ੇ ਬੰਦ ਕਰਦੀ ਹੈ। ਬਿਲਕੁਲ। ਇੱਕ ਵਿਮਨ ਨੂੰ ਆਪਣੇ ਰਾਈਟਸ ਲੈਣ ਲਈ ਜਨਰੇਸ਼ਨਸ ਲੱਗ ਗਈਆਂ। ਵੀ ਹੈਵ ਸੀਨ ਨਾ ਕਿ ਕਿੰਨੀਆਂ ਲੇਡੀਜ਼, ਕਿੰਨਾ ਕੁਝ ਹੁੰਦਾ ਆ, ਥੋੜੇ ਰਾਈਟਸ ਲੈਣ ਨੂੰ ਵੀ ਆਪਾਂ ਨੂੰ ਕਿੰਨੇ ਸਟਰਗਲ ਕਰਨੇ ਪੈਣੇ। ਔਰ ਅੱਜ ਵੀ ਬਹੁਤ ਐਸੀ ਲੇਡੀਜ਼ ਨੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ। ਬਿਲਕੁਲ। ਸੋ ਪਲੀਜ਼ ਰਿਸਪੈਕਟ ਦੈਟ, ਹਨਾ। ਆਪਣੇ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਇਨ-ਲॉज ਨੇ, ਉਹਨਾਂ ਦੀ ਜੋ ਤੁਹਾਡੇ ਟਰਸਟ ਕਰਦੇ ਨੇ, ਰਿਸਪੈਕਟ ਦੈਟ, ਬਿਲਕੁਲ, ਹੈ ਨਾ, ਐਂਡ ਕੀਪ ਦ ਥਿੰਗਸ ਇਨ ਬੈਲੈਂਸ। ਬਿਲਕੁਲ ਬਿਲਕੁਲ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮਤਲਬ ਉਹੀ ਗੱਲ ਹੋ ਗਈ ਨਾ ਵੀ ਆਪਾਂ ਕੋਈ ਟੌਪਿਕ ਨਹੀਂ ਲੈ ਕੇ ਚੱਲੇ ਸੀ, ਆਪਾਂ ਕੋਈ ਮੁੱਦਾ ਲੈ ਕੇ ਆਪਾਂ ਹਨਾ ਕੋਈ ਕਰਨਾ, ਬਟ ਇਹ ਇੰਸਪੀਰੇਸ਼ਨਲ ਹੋਏਗਾ ਲੇਡੀਜ਼ ਲਈ, ਆਬਵੀਅਸਲੀ ਕਿਤੇ ਨਾ ਕਿਤੇ ਮੇਲ ਲਈ ਵੀ ਉਹ ਆਪਣੀ ਲੇਡੀਜ਼ ਨੂੰ ਸਮਝਣ, ਫੈਮਿਲੀਜ਼ ਲਈ, ਬੱਚਿਆਂ ਲਈ, ਆਪਣੀ ਮਦਰਸ ਦੀ ਡਿਊਟੀਜ਼ ਨੂੰ। ਕਿਉਂਕਿ ਕਈ ਵਾਰ ਅਸੀਂ ਵੀ ਦੇਖਦੇ ਹਾਂ ਵੀ ਬੱਚੇ ਆਉਂਦੇ ਨੇ ਬਿਲਕੁਲ ਇਰਰਿਸਪੌਂਸਿਬਲ ਹੁੰਦੇ, ਉਹਨਾਂ ਨੂੰ ਨਹੀਂ ਪਤਾ, ਬਸ ਆਏ ਬੈਗ ਚੱਕ ਕੇ। ਪਰ ਆਈ ਥਿੰਕ ਥੋੜਾ ਬੱਚਿਆਂ ਨੂੰ ਵੀ ਸਮਝਦੇ ਸਾਡੇ ਮਦਰਸ ਬਹੁਤ ਕੁਝ ਕਰ ਰਹੇ ਸਾਡੇ ਲਈ। ਜੀ, ਸਹੀ ਗੱਲ ਹੈ। ਅੱਛਾ, ਆਪਾਂ ਛੋਟੇ ਬੱਚੇ ਦੀ ਵੀ ਅਗਰ ਗੱਲ ਕਰੀਏ, ਅਗਰ ਆਪਾਂ ਮੰਨ ਲਓ, ਦੇਖੋ ਅੱਜ ਕੱਲ ਦੇ ਸਾਰੇ ਬੱਚੇ ਸਿਆਣੇ ਆ, 4th ਤੋਂ ਹੀ ਬੱਚੇ ਨੂੰ ਪੂਰੀ ਅਕਲ ਹੁੰਦੀ ਹੈ, ਆਪਣੀ ਅਕਲ। ਉਹਨਾਂ ਨੂੰ ਵੀ ਸਮਝਦੇ ਸਾਡੀ ਮਦਰ ਸਾਡੇ ਲਈ ਇੰਨਾ ਕੁਝ ਕਰ ਰਹੇ ਆ। ਜਿਨ੍ਹਾਂ ਦੇ ਵਰਕਿੰਗ ਆ ਉਹ ਵੀ, ਜਿਹੜੇ ਘਰ ਨੇ ਉਹ ਵੀ, ਕਿ ਆਪਣੇ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਮਦਰਸ ਨੂੰ ਵੀ ਥੋੜਾ ਆਪਣੇ ਬੱਚਿਆਂ ਨੂੰ ਓਵਰ ਪਿਆਰ ਕਰਨ ਦੀ ਜਗ੍ਹਾ ਤੇ ਬੱਚਿਆਂ ਨੂੰ ਰਿਸਪੌਂਸਿਬਿਲਿਟੀਜ਼ ਨਾਲ ਕਰਨ ਦੀ ਬਜਾਏ, ਹਾਂ, ਵੀ ਉਹਨਾਂ ਨੂੰ ਸਿਖਾਓ ਕਿ ਅਗਰ ਬੇਟਾ ਤੁਸੀਂ ਚੇਅਰ ਤੋਂ ਉੱਠੇ ਹੋ, ਤੁਸੀਂ ਸੋਫਾ ਤੋਂ ਉੱਠੇ ਹੋ, ਤਾਂ ਕਲੀਨ ਇਟ ਐਂਡ ਦੈਨ ਗੋ। ਆਈ ਥਿੰਕ ਇਹ ਚੀਜ਼ ਦਾ ਨਾ ਬਹੁਤ ਛੋਟੀ ਸਾਨੂੰ ਤਾਂ ਵੀ ਰਿਸਪੌਂਸਿਬਿਲਿਟੀ ਡੈਲੀਗੇਟ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਉਹ ਬੱਚਾ ਹੀ ਹੈ, ਇਹਨੂੰ ਕੰਮ ਦੇਣਾ। ਨਹੀਂ, no, I agree with that. ਉਹਨੂੰ ਦੱਸੋ ਕਿ ਹਾਂ ਯਾਰ, ਮਦਰ ਇਜ਼ your mother is tired, ਬਿਲਕੁਲ, your father is tired, you need to help them. ਬਿਲਕੁਲ। ਐਂਡ ਇੱਕ ਇਕੁਅਲ ਰਿਸਪੌਂਸਿਬਿਲਿਟੀ ਘਰ 'ਚ ਸਾਰਿਆਂ ਦੀ ਕਿ ਹਾਂ ਥੋੜਾ ਬਹੁਤ ਹੈਲਪ ਕਰਨਾ। ਬਿਲਕੁਲ। ਮੈਨੂੰ ਲੱਗਦਾ ਜੇ ਆਪਾਂ ਸਮਾਜ ਨੂੰ ਬਦਲਣਾ ਨਾ, ਸਮਾਜ ਨੂੰ ਨਹੀਂ ਬਦਲ ਸਕਦੇ। ਜਿਹੜੀ ਅੱਜ ਦੀ ਪੀੜ੍ਹੀ ਹੈ, ਜੇ ਆਪਾਂ ਇਹਨਾਂ ਨੂੰ ਥੋੜਾ ਅੱਜ ਸਿਖਾਉਣਾ ਸ਼ੁਰੂ ਕਰਾਂਗੇ, ਮੈਨੂੰ ਲੱਗਦਾ ਫਿਰ ਬਹੁਤ ਜਲਦੀ ਇਹ ਚੀਜ਼ ਜਿਹੜੀ ਹੈ ਰੈਵੋਲੂਸ਼ਨ ਵਿੱਚ ਬਦਲ ਜਾਏਗੀ। ਜੋ ਮੇਰਾ ਪੁਆਇੰਟ ਆਫ ਵਿਊ ਹੈ ਕਿ ਆਪਾਂ ਬੱਚਿਆਂ ਨੂੰ ਤੋਂ ਸ਼ੁਰੂ ਕਰੀਏ ਨਾ, ਇੱਕ ਤਾਂ ਉਹਨਾਂ ਨੂੰ ਸਮਝਾਉਣਾ ਸੌਖਾ, ਰੈਦਰ ਦੈਨ ਚੇਂਜਿੰਗ ਯਰ ਹਸਬੈਂਡਸ ਮਾਈਂਡ, ਚੇਂਜ ਯਰ ਚਾਈਲਡਸ ਮਾਈਂਡ, ਹਨਾ, ਕਿ ਆਪਾਂ ਉਹਨਾਂ ਨੂੰ ਨਹੀਂ ਇੰਨਾ ਸਮਝਾ ਸਕਦੇ। ਕਿਉਂਕਿ ਉਹ ਆਪਾਂ ਜੋ ਤੁਸੀਂ ਕਿਹਾ ਵੀ ਮੇਲ ਈਗੋ ਆ ਜਾਏਗੀ ਵੀ ਹਨਾ, ਆਪਾਂ ਸਮਝਾ ਰਹੇ ਹਾਂ ਕੋਈ ਗੱਲ, ਬਟ ਆਪਾਂ ਬੱਚੇ ਨੂੰ ਇਹ ਗੱਲ ਸਮਝਾ ਸਕਦੇ ਹਾਂ, ਬੇਟਾ ਦੇਖੋ ਮੈਂ ਵਰਕਿੰਗ ਆ, ਮੇਰੀਆਂ ਰਿਸਪੌਂਸਿਬਿਲਿਟੀਜ਼ ਹੈ, ਤੁਸੀਂ ਆਪਣਾ ਕੰਮ ਖੁਦ ਕਰਨਾ, ਤੁਸੀਂ ਏਦਾਂ ਕਰਨਾ, ਤੁਸੀਂ ਓਦਾਂ ਕਰਨਾ। ਸ਼ਾਇਦ ਜਿਹੜੀ ਇਹ ਪੁਆਇੰਟ ਆਫ ਵਿਊ ਇੰਨਾ ਰੈਵੋਲੂਸ਼ਨ ਆਪਾਂ ਹਨਾ ਚਾਹ ਰਿਹਾ, ਚੇਂਜ ਇੱਕਦਮ ਆਵੇ, ਇੱਕਦਮ ਨਹੀਂ ਆਏਗਾ, ਬਟ ਸਲੋਲੀ ਆ ਜਾਏਗਾ। ਮੇਰਾ ਇਹ ਪੁਆਇੰਟ ਆਫ ਵਿਊ ਹੈ। ਹੋਪ ਫॉर ਦ ਬੈਸਟ। ਮੈਮ ਜਾਂਦੇ ਜਾਂਦੇ ਕੁਝ ਲਾਈਨਸ ਅਗਰ ਸਾਡੀ ਸੁਸਾਇਟੀ ਲਈ ਤੁਸੀਂ ਦੇਣਾ ਚਾਹੋ ਤਾਂ ਸਾਡੀ ਆਡੀਅנס ਵੇਟ ਕਰ ਰਹੀ ਹੈ। ਆਈ ਐਮ ਨੋ ਵਨ ਟੂ ਸੇ ਐਨੀਥਿੰਗ, I just shared कि जो मेरा experiences जी, या जो मैं discuss करना चाहती सी, and I'm sorry if anyone get offended by this, okay? I just want to say कि learn something. ਜ਼ਰੂਰੀ ਨਹੀਂ ਆਪਾਂ financially independence ਲੈਣੀ ਹੈ, and ਤੁਸੀਂ you will be feel good as well. ਤੁਸੀਂ ਕਿਸੇ ਨੂੰ ਦੱਸਣਾ ਨਹੀਂ, ਲੇਕਿਨ ਤੁਸੀਂ ਖੁਦ ਫੀਲ ਕਰੋਗੇ ਕਿ ਹਾਂ ਯਾਰ ਮੈਂ ਜੇ ਲਰਨ ਕਰ ਰਹੀ ਹਾਂ, ਇਹ ਮੇਰੇ ਲਈ ਹੈਲਪਫੁਲ ਵੀ ਹੈ। and be kind to each other. Life is about balancing, ਇੱਕ ਦੂਸਰੇ ਨੂੰ ਸਮਝਣਾ, ਰਿਸਪੌਂਸਿਬਿਲਿਟੀਜ਼ ਨੂੰ ਸਮਝਣਾ, ਠੀਕ ਹੈ। ਐਂਡ ਦਿਸ ਵਰਡ ਇਜ਼ ਹਿਊਜ, ਔਰ ਸਾਰਿਆਂ ਲਈ ਬਹੁਤ ਸਪੇਸ ਹੈ ਗਰੋ ਕਰਨ ਲਈ, ਸਕਸੈਸਫੁਲ ਹੋਣ ਲਈ। ਲਾਸਟਲੀ ਆਈ ਵਾਂਟ ਟੂ ਥੈਂਕ ਯੂ for having me here and discuss my views.
Thank you so much. ਥੈਂਕ ਯੂ ਸੋ ਮਚ ਮੈਮ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬਾਕੀ ਜੋ ਤੁਹਾਡੇ ਵਿਊਜ਼ ਨੇ ਸੋਸਾਇਟੀ ਤੱਕ ਜਾਣਗੇ ਤੇ ਹੋਪਫੁਲੀ ਬਹੁਤ ਅੱਛਾ ਰੈਵੋਲੂਸ਼ਨ ਲੈ ਕੇ ਆਣਗੇ। Thank you ਥੈਂਕ ਯੂ so ਸੋ much. ਮਚ। ਸੋ ਦੋਸਤੋ, ਅੱਜ ਦਾ ਸੀ ਇਹ ਪੋਡਕਾਸਟ ਦੇ ਵਿੱਚ ਆਪਾਂ ਗੱਲ ਕੀਤੀ ਔਮਨ ਐਮਪਾਵਰਮੈਂਟ ਦੀ। ਜੇ ਅੱਜ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤਾਂ ਜਰੂਰ ਸ਼ੇਅਰ ਕਰਿਓ। ਯਾਦ ਰੱਖੋ, ਇੱਕ ਮਹਿਲਾ ਨੂੰ ਉੱਚਾ ਚੁੱਕਣਾ ਸਿਰਫ ਉਹਦੀ ਨਹੀਂ ਸਗੋਂ ਸਮਾਜ ਨੂੰ ਵੀ ਉੱਚਾ ਵਧਾਉਂਦੀ ਹੈ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਵਿਚਾਰ ਦੇ ਨਾਲ। ਤਦ ਤੱਕ ਦੇ ਲਈ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਣੋ ਤੇ ਜੁੜੇ ਰਹੋ ਸਾਡੇ ਚੈਨਲ ਦ ਸੁਖ ਟਾਕਸ ਦੇ ਨਾਲ। ਧੰਨਵਾਦ।